ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਸਾਡੇ ਕੋਲ ਕਈ ਸਟੂਡੈਂਟਸ ਦੇ ਸਵਾਲ ਆਉਂਦੇ ਨੇ। ਚੰਗਾ ਵੀ ਲੱਗਦਾ ਹੈ ਕਿ ਸਟੂਡੈਂਟਸ ਸਾਡਾ ਸ਼ੋਅ ਦੇਖਣ ਤੋਂ ਬਾਅਦ ਆਪਣੇ ਸਵਾਲ ਸਾਡੇ ਸ਼ੋਅ ਵਿੱਚ ਰੱਖਦੇ ਨੇ ਅਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਸ਼ੋਅ ਦੇ ਜ਼ਰੀਏ ਸਹੀ ਢੰਗ ਦੇ ਨਾਲ ਪਹੁੰਚਾ ਸਕੀਏ ਤਾਂ ਕਿ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਵਧੀਆ ਢੰਗ ਨਾਲ ਜੈਨੂਇਨ ਵੇ ਦੇ ਨਾਲ ਪੂਰਾ ਕਰ ਸਕੋ। ਅਤੇ ਅੱਜ ਵੀ ਆਪਾਂ ਗੱਲਬਾਤ ਕਰਾਂਗੇ ਜੀ ਆਸਟ੍ਰੇਲੀਆ ਔਰ ਕੈਨੇਡਾ ਨੂੰ ਲੈ ਕੇ। ਅਤੇ ਅੱਜ ਦਾ ਸ਼ੋਅ ਵੀ ਤੁਸੀਂ ਪੂਰਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਸ਼ਵੀ ਟਵਾਣਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਗੱਲ ਆਪਾਂ ਅਗਰ ਰੁਝਾਨ ਦੀ ਕਰੀਏ, ਸਟੂਡੈਂਟਸ ਦਾ ਅੱਜ ਕਿਸ ਪਾਸੇ ਵੱਲ ਜ਼ਿਆਦਾ ਇੰਟਰਸਟ ਲੱਗ ਰਿਹਾ ਹੈ, ਆਸਟ੍ਰੇਲੀਆ ਵੱਲ ਜਾਂ ਕੈਨੇਡਾ ਵੱਲ? ਕਿਉਂਕਿ ਕੈਨੇਡਾ ਦੀ ਗੱਲ ਕਰੀਏ ਤਾਂ ਸਕਸੈਸ ਰੇਟ ਜਾਂ ਆਪਾਂ ਰਿਜ਼ਲਟਸ ਦੀ ਗੱਲ ਕਰੀਏ ਡਿਲੇ ਚੱਲ ਰਹੇ ਨੇ, ਫਾਈਲਸ ਬਹੁਤ ਲੱਗੀਆਂ ਹੋਈਆਂ ਨੇ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਿਹੜੀਆਂ ਵਰਕ ਪਰਮਿਟ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਨੇ ਉਸ ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਇੱਕ ਦੁਵਿਧਾ ਜ਼ਰੂਰ ਬਣੀ ਹੋਈ ਹੈ। ਸੋ ਆਸਟ੍ਰੇਲੀਆ ਤੋਂ ਹੀ ਆਪਾਂ ਸ਼ੁਰੂਆਤ ਕਰਾਂਗੇ ਅਤੇ ਮੈਂ ਜ਼ਰੂਰ ਪਹਿਲਾਂ ਇਸੇ ਚੀਜ਼ ਨੂੰ ਸਮਝਣਾ ਚਾਹੂੰਗੀ ਕਿ ਆਖਿਰ ਕਿਉਂ ਆਸਟ੍ਰੇਲੀਆ ਨੂੰ ਕੁਝ ਨਵੀਆਂ ਗਾਈਡਲਾਈਨਸ ਲਿਆਉਣ ਦੀ ਜ਼ਰੂਰਤ ਲੱਗ ਰਹੀ ਹੈ ਵਰਕ ਪਰਮਿਟ ਨੂੰ ਲੈ ਕੇ। ਦੇਖੋ, ਗੱਲ ਕਰਦੇ ਹਾਂ ਆਸਟ੍ਰੇਲੀਆ ਕੈਨੇਡਾ ਦੀ। ਜਿਹੜੇ ਕੈਨੇਡਾ ਨੂੰ ਪਿਆਰ ਕਰਦੇ ਨੇ ਉਹਨਾਂ ਨੇ ਤਾਂ ਕੈਨੇਡਾ ਹੀ ਜਾਣਾ ਜੀ। ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਉੱਥੇ ਆਪਣੀ ਲਾਈਫ ਸੈਟਲ ਕਰਨਾ ਚਾਹੁੰਦੇ ਨੇ, ਉਹਨਾਂ ਨੇ ਉੱਥੇ ਹੀ ਜਾਣਾ। ਆਪਾਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ। ਬਟ ਗੱਲ ਕਰਦੇ ਹਾਂ ਜੇ ਆਪਾਂ ਨੁਕਸਾਨ ਦੀ, ਅੱਜ ਸਟੂਡੈਂਟ ਆਪਣਾ ਖੁਦ ਨੁਕਸਾਨ ਕਰਦਾ ਪਿਆ। ਕੈਨੇਡਾ ਦੇ ਵਿੱਚ ਰਿਜ਼ਲਟ ਲੇਟ ਆ ਰਹੇ ਨੇ, ਨੈਗੇਟਿਵ ਰਿਜ਼ਲਟ ਵੀ ਕਾਫੀ ਦੇਖਣ ਨੂੰ ਮਿਲ ਰਿਹਾ, ਅੱਗੇ ਪੋਜ਼ਿਟਿਵ ਵੀ ਦੇਖਣ ਨੂੰ ਮਿਲਦਾ ਪਿਆ। ਜੇ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ, ਆਸਟ੍ਰੇਲੀਆ ਦੀ ਆਪਾਂ ਵਰਕ ਪਰਮਿਟ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਅੱਜ ਆਪਣੇ ਲਈ ਬਹੁਤ ਜ਼ਿਆਦਾ ਬੈਨੀਫਿਟ ਲੈ ਕੇ ਆ ਰਿਹਾ। ਹਾਂਜੀ, ਦੇਖੋ ਆਸਟ੍ਰੇਲੀਆ ਦੇ ਵਿੱਚ ਆਪਾਂ ਸਟੱਡੀ ਦੇ ਨਾਲ ਜਿਹੜਾ ਪਾਰਟ ਟਾਈਮ ਵਰਕ ਕਰਨਾ ਉਹ 40 ਘੰਟੇ ਦਾ ਸੀਗਾ। ਠੀਕ ਹੈ, ਅੱਗੇ ਆਸਟ੍ਰੇਲੀਆ ਨੇ ਵਰਕ ਪਰਮਿਟ ਸਟੱਡੀ ਤੋਂ ਬਾਅਦ ਜਿਹੜਾ ਵਰਕ ਮਿਲਣਾ ਉਹਨੂੰ ਐਕਸਟੈਂਡ ਕੀਤਾ ਗਿਆ ਕਿ ਤੁਸੀਂ 2 ਸਾਲ ਤੋਂ ਬਾਅਦ 3 ਸਾਲ ਵਰਕ ਮਿਲਣਾ, ਉਹ ਕਿਤੇ 4-5 ਸਾਲ ਦਾ, 6 ਸਾਲ ਦਾ, ਇੱਦਾਂ ਦੀਆਂ ਚੀਜ਼ਾਂ ਲੈ ਕੇ ਆ ਰਹੇ ਨੇ। ਉਹ ਆਪਣੇ ਲਈ ਬਹੁਤ ਜ਼ਿਆਦਾ ਬੈਨੀਫਿਟ ਲੈ ਕੇ ਆ ਰਹੇ ਨੇ ਉੱਥੇ ਦੀ ਗੌਰਮੈਂਟ। ਕਿਉਂਕਿ 2 ਸਾਲ ਬਾਅਦ ਕੰਟਰੀ ਓਪਨ ਹੋਈ ਆ। ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਉਹ ਬਹੁਤ ਜ਼ਿਆਦਾ ਬੈਨੀਫਿਟ ਕਰਦੇ ਪਏ ਨੇ ਜੀ। ਜੇ ਆਪਾਂ ਹੁਣ ਉਸੇ ਕੰਟਰੀ ਦੇ ਵਿੱਚ ਜਾਲੀ ਫੰਡ ਤੇ ਜਾਲੀ ਡਾਕੂਮੈਂਟ ਲਾ ਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ, ਉਹ ਬਾਕੀ ਸਟੂਡੈਂਟਸ ਦੇ ਲਈ ਵੀ ਨੁਕਸਾਨ ਹੋ ਜਾਂਦਾ। ਅੱਜ ਹਰਿਆਣੇ ਦੇ ਸਟੂਡੈਂਟਸ ਦਾ ਤੁਸੀਂ ਹਾਲ ਦੇਖਿਆ ਸੀ, ਪਹਿਲਾਂ ਕੀ ਹੋਇਆ ਸੀ। ਬੱਚਿਆਂ ਨੂੰ ਬੈਨ ਕਰਤਾ, ਵਾਪਸ ਭੇਜਤਾ, ਰਿਫਿਊਜ਼ਲ ਦੇਤੀ। ਕੁਝ ਬੱਚਿਆਂ ਨੇ ਹੋਰ ਬੱਚਿਆਂ ਦਾ ਵੀ ਨੁਕਸਾਨ ਕਰਤਾ। ਸੋ ਮੈਂ ਹਰ ਇੱਕ ਸਟੂਡੈਂਟ ਨੂੰ, ਹਰ ਇੱਕ ਹੀ ਸਲਾਹਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਵੀਜ਼ਾ ਲੈਣ ਦੀ ਕੋਸ਼ਿਸ਼ 'ਚ ਕਿਸੇ ਹੋਰਾਂ ਦਾ ਨੁਕਸਾਨ ਨਾ ਕਰੋ, ਜਿਹਦੇ ਨਾਲ ਹਰ ਇੱਕ ਬੰਦਾ ਖਰਾਬ ਹੁੰਦਾ। ਕਿਉਂਕਿ ਹਰ ਇੱਕ ਬੰਦਾ ਦੇਖੋ ਇੱਕੋ ਹੀ ਸੈਕਟਰ ਦੇ ਵਿੱਚ ਆ। ਕਿਉਂਕਿ ਕਈ ਸਟੂਡੈਂਟਸ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਜੀ ਸਾਨੂੰ ਉਹ ਫਲਾਣੀ ਕੰਪਨੀ ਜਾਂ ਫਲਾਣੇ ਏਜੰਟ ਤੋਂ ਠੱਗੀ ਲੱਗੀ ਆ। ਦੇਖੋ ਅਸੀਂ ਵੀ ਕੰਪਨੀ ਆ, ਅਸੀਂ ਵੀ ਏਜੰਟ ਆ ਜੀ। ਸੋ ਆਪਾਂ ਹੈ ਤਾਂ ਇੱਕੋ ਹੀ ਸੈਕਟਰ ਦੇ, ਬਟ ਕੁਝ ਬੰਦਿਆਂ ਕਰਕੇ ਨਾ ਨਾਮ ਖਰਾਬ ਹੁੰਦੇ ਨੇ, ਰੈਪੂਟੇਸ਼ਨ ਖਰਾਬ ਹੁੰਦੀ ਆ, ਇੱਕ ਵਿਸ਼ਵਾਸ ਟੁੱਟ ਜਾਂਦਾ ਹੁੰਦਾ। ਸੋ ਇਹ ਚੀਜ਼ਾਂ ਕਰਨੀਆਂ ਬੰਦ ਕਰੋ। ਵੀਜ਼ਾ ਲੈਣ ਦੇ ਸਹੀ ਤਰੀਕੇ ਨੇ, ਉਹ ਸਹੀ ਤਰੀਕੇ ਅਪਣਾਓ। ਬਿਲਕੁਲ ਅਪਲਾਈ ਕਰੋ, ਵੀਜ਼ਾ ਮਿਲੂਗਾ। ਠੀਕ ਹੈ, ਜੇ ਨਹੀਂ ਤੁਹਾਡੇ ਤੋਂ ਚੀਜ਼ ਹੋ ਰਹੀ ਸੋ ਕਿਸੇ ਦਾ ਨੁਕਸਾਨ ਨਾ ਕਰੋ। ਕਿਉਂਕਿ ਇੱਕ ਪਰਸਨ ਨਾਲ ਸਾਰੇ ਬੰਦਿਆਂ ਦੇ ਗੱਲਾਂ ਉੱਠਦੀਆਂ ਹੁੰਦੀਆਂ ਨੇ। ਬਿਲਕੁਲ। ਹੁਣ ਗੱਲ ਕਰਦੇ ਹਾਂ ਆਪਾਂ ਕੰਟਰੀ 'ਚ ਕਿੱਦਾਂ ਵੀਜ਼ਾ ਲਿਆ ਜਾਂਦਾ। ਦੇਖੋ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਆ ਓਵਰਆਲ 5.5 ਦੀ। 5.5 ਦੇ ਉੱਤੇ ਕਈ ਯੂਨੀਵਰਸਿਟੀਆਂ ਸਟੂਡੈਂਟਸ ਨੂੰ ਵੀਜ਼ੇ ਦੇ ਰਹੀਆਂ ਨੇ। ਕੁਝ ਸਟੂਡੈਂਟਸ ਨੂੰ 5.5 ਤੇ ਕਾਲਜ ਐਂਡ ਡਿਪਲੋਮੇ ਦੇ ਵਿੱਚ ਵੀਜ਼ਾ ਮਿਲਦਾ ਪਿਆ। ਬਟ ਉਹ ਵੀਜ਼ਾ ਲੈਣ ਦੀ ਅਸੈਸਮੈਂਟ ਆ। ਅਸੈਸਮੈਂਟ ਕਰਾਉਂਗੇ ਫਿਰ ਪਤਾ ਲੱਗੂਗਾ ਵੀਜ਼ਾ ਕਿੱਥੋਂ ਤੇ ਕਿਵੇਂ ਆ ਰਿਹਾ। ਬਿਨਾਂ ਅਸੈਸਮੈਂਟ ਤੋਂ ਕੁਝ ਨਹੀਂ ਕਰ ਸਕਦੇ ਆਪਾਂ, ਕਿਉਂਕਿ ਵੀਜ਼ਾ ਲੈਣ ਦੇ ਲਈ ਸਾਰਾ ਕੁਝ ਵੇਖਣਾ ਪੈਂਦਾ ਹੁੰਦਾ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਉਂਦੀਆਂ ਨੇ। ਸਭ ਤੋਂ ਵੱਡਾ ਅੱਜ ਕਾਰਨ ਆਸਟ੍ਰੇਲੀਆ ਦੇ ਵਿੱਚ 2 ਹੀ ਚੀਜ਼ਾਂ ਦਾ ਬਣਿਆ ਹੋਇਆ ਵੀਜ਼ਾ ਲੈਣ ਦਾ। ਸੋ ਪਹਿਲਾ ਪੁਆਇੰਟ ਜਾਲੀ ਫੰਡ ਤੇ GT ਕਲੀਅਰ ਨਾ ਹੋਣੀ। ਅੱਜ GT ਕਲੀਅਰ ਉਹਨਾਂ ਦੀ ਨਹੀਂ ਹੋ ਰਹੀ ਜਿਨ੍ਹਾਂ ਦੇ ਸਟੂਡੈਂਟਸ ਨੇ ਸਹੀ ਚੀਜ਼ਾਂ ਨਹੀਂ ਚੁਣੀਆਂ। ਹੁਣ ਜਿਹਦੀ ਰਿਕੁਆਇਰਮੈਂਟ ਕਾਲਜ ਦੇ ਵਿੱਚ ਵੀਜ਼ਾ ਲੈਣ ਦੀ ਬਣੀ ਸੀ, ਅੱਜ ਉਹਨੇ ਯੂਨੀਵਰਸਿਟੀ ਐਂਡ ਡਿਗਰੀ ਚੁਣ ਲਈ ਆ, ਤਾਂ ਉਹਦੀ GT ਨੂੰ ਪ੍ਰੋਬਲਮ ਆ ਰਹੀ ਆ। ਫੰਡ ਫੇਕ ਨੇ, GT ਪ੍ਰੋਬਲਮ
ਕ੍ਰੀਏਟ ਹੋ ਰਹੀ ਆ। ਬਿਲਕੁਲ। ਸੋ ਇਹ ਚੀਜ਼ਾਂ ਨੂੰ ਤੁਸੀਂ ਜਦੋਂ ਅਪਲਾਈ ਕਰਦੇ ਹੋ, ਤੁਹਾਡੇ ਸਲਾਹਕਾਰ ਦਾ ਕੰਮ ਹੁੰਦਾ ਤੁਹਾਨੂੰ ਇੱਕ ਸਹੀ ਦਿਸ਼ਾ ਵੱਲ ਲੈ ਕੇ ਜਾਣਾ। ਜਦੋਂ ਤੁਸੀਂ ਸਹੀ ਦਿਸ਼ਾ ਵੱਲ ਨਹੀਂ ਜਾਂਦੇ ਫਿਰ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ। ਅੱਜ ਕਿਸੇ ਵੀ ਕੰਟਰੀ 'ਚ ਫਾਈਲ ਲਗਾ ਰਹੇ ਹੋ, 2-3 ਮਹੀਨੇ ਪਹਿਲਾਂ ਫਾਈਲ ਅੰਬੈਸੀ 'ਚ ਸਬਮਿਟ ਕਰਵਾਓ ਕਿ ਉਹ ਅੰਬੈਸੀ ਤੁਹਾਡੇ ਜਿਹੜੇ ਫੰਡ ਜਾਂ ਤੁਹਾਡੀ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰੇ ਕਿ ਇਹ ਪ੍ਰੋਪਰ ਸਹੀ ਨੇ ਜਾਂ ਕੋਈ ਫੇਕ ਤਾਂ ਨਹੀਂ ਆ। ਕਿਉਂਕਿ ਕੈਨੇਡਾ ਦੇ ਵਿੱਚ ਵੀ ਫੇਕ ਡਿਗਰੀ ਡਿਪਲੋਮੇ ਫੜੇ ਗਏ ਸੀਗੇ, ਆਸਟ੍ਰੇਲੀਆ ਦੇ ਵਿੱਚ ਵੀ ਫੜੇ ਗਏ ਸੀ। ਹੁਣ ਇੰਡੀਅਨ ਸਟੂਡੈਂਟਸ ਦੇ ਲਈ ਇੱਕ ਨਾ ਛਵੀ ਕ੍ਰੀਏਟ ਹੋ ਗਈ ਹੈ ਕਿ ਇਹ ਇੱਕ ਪੁਰਾਣੇ ਜਾਂ ਫੰਡ ਦਿਖਾਉਂਦੇ ਨੇ, ਉਹ ਜਾਲੀ ਹੁੰਦੇ ਨੇ, ਫੇਕ ਡਿਗਰੀ ਡਿਪਲੋਮੇ ਲਾ ਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਆਪਣੀ ਕੰਟਰੀ ਦੇ ਵੀਜ਼ੇ ਲੇਟ ਹੋਏ ਪਏ ਨੇ। ਇਹ ਨਹੀਂ ਹੈ ਕਿ ਪੂਰੇ ਵਰਲਡ ਦੇ ਵੀਜ਼ੇ ਲੇਟ ਨੇ, ਨਹੀਂ, ਸਿਰਫ ਇੱਕ ਇੰਡੀਆ ਦੇ ਹੀ ਵੀਜ਼ੇ ਲੇਟ ਹੋਏ ਪਏ ਨੇ ਕਿਉਂਕਿ ਉਹ ਵੈਰੀਫਿਕੇਸ਼ਨ ਕਰ ਰਹੇ ਨੇ ਸਿਰਫ ਇੰਡੀਅਨ ਸਟੂਡੈਂਟਸ ਦੀ। ਕਿਉਂਕਿ ਆਪਾਂ ਇਹ ਚੀਜ਼ਾਂ ਪਹਿਲਾਂ ਉਹਨਾਂ ਨੂੰ ਦਿਖਾਤੀਆਂ ਕਿ ਅਸੀਂ ਜਾਲੀਆਂ ਚੀਜ਼ਾਂ ਲਾ ਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਬਿਲਕੁਲ ਗੈਪ ਆ, ਲੋ ਪਰਸੈਂਟ ਆ, ਕੁਝ ਵੀ ਆ, ਸਲਾਹਕਾਰ ਦੀ ਸਲਾਹ ਤੇ ਚੱਲੋ। ਅੱਜ ਮੈਂ ਤੁਹਾਨੂੰ ਵੀਜ਼ਾ ਦੀ ਇੱਕ ਗਰੰਟੀ ਦਿੰਦਾ, ਵੀਜ਼ਾ ਲੈਣ ਦਾ ਦਾਅਵਾ ਕਰਦਾ ਤੁਹਾਡੇ ਨਾਲ, ਕਿਉਂਕਿ ਮੈਂ ਤੁਹਾਡਾ ਨੁਕਸਾਨ ਨਹੀਂ, ਤੁਹਾਡਾ ਬੈਨੀਫਿਟ ਕਰੂੰਗਾ। ਵੀਜ਼ਾ ਕਿਵੇਂ ਲਿੱਤਾ ਜਾਂਦਾ ਉਹਦੇ ਲਈ ਸਾਡੇ ਕੋਲ ਇੱਕ ਲਾਇਰਸ ਦੀ ਇੱਕ ਤਜਰਬੇਕਾਰ ਪਰਸਨ ਦੀ ਟੀਮ ਆ ਜੀ, ਜਿਹੜੀ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾ ਰਹੀ ਆ। ਬਿਲਕੁਲ ਇਹ ਨਹੀਂ ਆ ਕਿ ਗੂਗਲ ਦੇ ਉੱਤੇ ਤੁਹਾਡੀ ਰਿਕੁਆਇਰਮੈਂਟ ਦੱਸਤੀ ਜੀ ਆ ਕਰ ਲਓ, ਕਿਉਂਕਿ ਉਹ ਚੀਜ਼ਾਂ ਸਟੂਡੈਂਟ ਆਪ ਵੀ ਕਰ ਸਕਦਾ। ਸਟੂਡੈਂਟ ਦੇਖੋ ਏਜੰਟ ਨੂੰ ਉਦੋਂ ਚੁਣਦਾ ਜਦੋਂ ਉਹਨੂੰ ਪਤਾ ਕਿ ਮੇਰੀ ਇਹ ਫਾਈਲ ਆ, ਉਹ ਮੈਨੂੰ ਵੀਜ਼ਾ ਲੈ ਕੇ ਦੇਊਗਾ। ਜਦੋਂ ਐਦਾਂ ਦੇ ਜਾਲੀ ਪਰਸਨ ਦੇ ਹੱਥੇ ਉਹਨਾਂ ਦੀ ਫਾਈਲ ਜਾਂਦੀ ਆ, ਉਹ ਰਿਜੈਕਟ ਹੁੰਦੇ ਨੇ, ਫਿਰ ਉਹ ਸਾਰੇ ਇਹ ਕੰਪਨੀਆਂ, ਇਹ ਸਾਰੇ ਏਜੰਟਸ ਤੋਂ ਉਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ ਕਿ ਪਹਿਲਾਂ ਐਦਾਂ ਹੋ ਗਿਆ, ਕਿਤੇ ਇੱਥੇ ਨਾ ਐਦਾਂ ਹੋ ਜੇ। ਸੋ ਸਟੂਡੈਂਟਸ ਦੀ ਜਿੱਦ ਵੀ ਹੁੰਦੀ ਹੈ ਕਈਆਂ ਦੀ ਵੀਜ਼ਾ ਨਾ ਮਿਲਣ ਤੇ। ਹੁਣ ਉਹਨੇ ਕਹਿਤਾ ਜੀ ਮੈਂ ਇਹ ਥਾਂ ਤੇ ਇਹ ਚੀਜ਼ ਲੈਣੀ ਆ। ਸੋ ਦੇਖੋ ਇਹ ਕੋਈ ਪ੍ਰੋਡਕਟ ਤਾਂ ਹੈ ਨਹੀਂ ਆ ਕਿ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਜੂਗਾ। ਇਹ ਇੱਕ ਵੀਜ਼ਾ, ਇਹ ਤੁਹਾਡੀ ਇੱਕ ਜ਼ਿੰਦਗੀ ਬਦਲਣ ਦਾ ਮੌਕਾ। ਸੋ ਇਹਦੇ 'ਚ ਜ਼ਿੱਦ ਨਾ ਕਰੋ, ਇਹਦੇ 'ਚ ਤੁਸੀਂ ਆਪਣੇ ਸਲਾਹਕਾਰ ਦੀ ਸਲਾਹ ਤੇ ਚੱਲੋ। ਮੇਰੇ ਕੋਲ ਆਓ, ਮੈਂ ਵੀਜ਼ਾ ਲੈ ਕੇ ਦਊਂਗਾ ਵੀਜ਼ੇ ਦੀ ਗਰੰਟੀ ਦੇ ਨਾਲ। ਪਹਿਲਾਂ ਆਪਣੇ ਡਾਕੂਮੈਂਟ ਆਪਣੀ ਫੈਮਿਲੀ ਦੇ ਨਾਲ ਆਓ, ਤੁਹਾਡਾ ਕਿਵੇਂ ਕਿੱਥੋਂ ਕਿੱਦਾਂ ਵੀਜ਼ਾ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ। ਉਸ ਤੋਂ ਬਾਅਦ ਜੋ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਉਹਨੂੰ ਫੋਲੋ ਕਰੋ ਕਿ ਹਾਂ ਪਹਿਲਾਂ ਜਿੱਥੇ ਠੱਗੀ ਵੱਜੀ ਸੀ ਸੋ ਉੱਥੋਂ ਹੀ ਨਾਲੋਂ ਤੇ ਇੱਥੇ ਕਿੰਨਾ ਕੁ ਤੁਹਾਨੂੰ ਫਰਕ ਦਿਖਦਾ। ਮੈਂ ਹਰ ਇੱਕ ਸ਼ੋਅ ਦੇ ਵਿੱਚ ਵੀਜ਼ੇ ਲੈ ਕੇ ਆਉਂਦੇ ਹੁੰਦੇ ਹਾਂ ਆਪਾਂ, ਤਾਂ ਕੁਝ ਵੀਜ਼ੇ ਨੇ ਜੋ ਆਪਾਂ ਤੁਹਾਡੇ ਸ਼ੋਅ 'ਚ ਨਹੀਂ ਦਿਖਾਏ, ਸਮਾਂ ਘੱਟ ਹੋਣ ਕਰਕੇ ਆਪਾਂ ਪੇਜ ਦੇ ਉੱਤੇ ਪਾਏ ਨੇ। ਸੇਮ ਪ੍ਰੋਫਾਈਲਾਂ ਨੇ, ਕਿਸੇ ਦੀਆਂ ਗੈਪ ਵਾਲੀਆਂ, ਕਿਸੇ ਦੀਆਂ ਘੱਟ ਪਰਸੈਂਟ ਵਾਲੀ ਤੇ ਕਿਸੇ ਦੀ ਘੱਟ ਬੈਂਡ ਵਾਲੀ ਫਾਈਲਸ। ਵੀਜ਼ਾ ਹਰ ਇੱਕ ਨੂੰ ਮਿਲਦਾ, ਤੁਸੀਂ ਇਨਸਾਨ ਹੋ, ਤੁਸੀਂ ਵੀਜ਼ਾ ਲੈ ਸਕਦੇ ਹੋ। ਅੱਜ ਕੱਲ ਕੈਟ ਜਾਂ ਡੌਗਸ ਨੂੰ ਵੀ ਵੀਜ਼ੇ ਮਿਲਦੇ ਪਏ ਨੇ ਜੋ ਇੱਧਰੋਂ ਜਾਂ ਉੱਧਰੋਂ ਮਿਲਦੇ ਪਏ ਨੇ, ਬਟ ਉਹ ਵੀਜ਼ਾ ਲੈਣ ਦੀ ਕੋਸ਼ਿਸ਼ ਕਰਨੀ ਆ ਨਾ ਤੁਸੀਂ। ਸੋ ਜਾਲੀ ਫੰਡ ਜਾਂ ਡਿਗਰੀਆਂ ਦੇ ਨਾਲ ਕੋਸ਼ਿਸ਼ ਨਹੀਂ ਹੁੰਦੀ ਆ। ਸੋ ਸਹੀ ਤਰੀਕੇ ਨਾਲ ਵੀਜ਼ਾ ਲੈਣਾ ਮਿਲਣਾ ਚਾਹੀਦਾ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਇਸ ਲਈ ਅਸੀਂ ਇਹ ਸਾਰੀ ਜਾਣਕਾਰੀ, ਬਹੁਤ ਡੀਪ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੇ, ਇੱਕ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਕਿ ਸਟੂਡੈਂਟ ਜਿਹੜੇ ਆ ਕਿਤੇ ਵੀ ਮਿਸਗਾਈਡ ਨਾ ਹੋਣ। ਬਾਕੀ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸ਼ੋਅ ਵਿੱਚ, ਭਾਵੇਂ ਅਸੀਂ ਕਾਲ ਰਿਸੀਵ ਨਹੀਂ ਕਰ ਰਹੇ ਹਾਂ, ਲੇਕਿਨ ਨਾਲ ਦੀ ਨਾਲ ਤੁਸੀਂ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸ਼ੋਅ ਦੇ ਦੌਰਾਨ, ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਕਾਲ ਕਰੋ ਜੀ। ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਜਾਇਆ ਕਰੋ, ਕਿਉਂਕਿ ਤੁਹਾਡੇ ਫਿਊਚਰ ਦਾ ਸਵਾਲ ਹੈ। ਸਹੀ ਡਿਸੀਜਨ ਲੈਣ ਦੇ ਵਿੱਚ ਉਹਨਾਂ ਦਾ ਵੀ ਵੱਡਾ ਹੱਥ ਹੁੰਦਾ ਹੈ। ਤੁਹਾਡੇ ਪੇਰੈਂਟਸ ਆਪਣੀ ਜੀਵਨ ਭਰ ਦੀ ਕਮਾਈ ਤੁਹਾਡੇ ਉੱਪਰ ਲਗਾਉਂਦੇ ਨੇ, ਮਿਹਨਤ ਦੀ ਕਮਾਈ ਲਗਾਉਂਦੇ ਨੇ। ਇਸ ਲਈ ਸਹੀ ਰਸਤੇ ਤੇ ਜੈਨੂਇਨ ਵੇ ਦੇ ਨਾਲ ਚੱਲ ਕੇ ਹੀ ਆਪਣੇ ਫਿਊਚਰ ਨੂੰ ਸਿਕਿਉਰ ਕਰਨ ਦਾ ਰਸਤਾ ਜੋ ਹੈ ਜ਼ਰੂਰ ਚੁਣਿਆ ਕਰੋ। ਆਪਾਂ ਹੁਣ ਆਸਟ੍ਰੇਲੀਆ ਦੀ ਜਿਵੇਂ ਗੱਲ ਕਰ ਰਹੇ ਹਾਂ, 6 ਤੋਂ 7 ਲੱਖ ਦੇ ਬਜਟ ਵਿੱਚ ਤੁਸੀਂ ਹਮੇਸ਼ਾ ਸਟੂਡੈਂਟਸ ਨੂੰ ਆਸਟ੍ਰੇਲੀਆ ਭੇਜਣ ਦੀ ਗੱਲ ਵੀ ਕਹਿੰਦੇ ਹੋ। ਉਸ ਨੂੰ ਵੀ ਥੋੜਾ ਹੋਰ ਜਾਣਨਾ ਚਾਹਾਂਗੇ ਕਿ ਆਪਾਂ ਦਰਸ਼ਕਾਂ ਨਾਲ ਸਾਂਝੀ ਕਰੀਏ ਜਾਣਕਾਰੀ, ਕਿਹੜੇ ਸਟੂਡੈਂਟਸ ਨੇ ਜਿਹੜੇ ਇਸ ਬਜਟ ਦੇ ਵਿੱਚ ਅਪਲਾਈ ਕਰਕੇ ਐਡਮਿਸ਼ਨ ਲੈ ਸਕਦੇ ਨੇ। ਨਾਲ ਦੇ ਨਾਲ ਦੂਜਾ ਪੁਆਇੰਟ ਵੀ ਮੈਂ ਹੁਣੇ ਡਿਸਕਸ ਕਰ ਲੈਣੀ ਹੈ ਕਿ ਚਾਹੇ ਆਪਾਂ ਕੈਨੇਡਾ ਦੇ ਰਿਫਿਊਜ਼ਲ ਕੇਸਿਸ ਨੂੰ ਤਾਂ ਡਿਸਕਸ ਕਰਦੇ ਰਹਿੰਦੇ ਹਾਂ, ਆਸਟ੍ਰੇਲੀਆ ਵਿੱਚ ਅਗਰ ਰਿਫਿਊਜ਼ਲ ਆਉਂਦੀ ਹੈ, ਕਿਹੜੇ ਸਰਕਮਸਟੈਂਸਿਸ ਵਿੱਚ ਰਿਫਿਊਜ਼ਲ ਲੱਗ ਕੇ ਆਉਂਦੀ ਸਟੂਡੈਂਟ? ਦੇਖੋ, ਜਦੋਂ ਤੁਹਾਡੀ ਕਿਸੇ ਵੀ ਕੰਟਰੀ ਤੋਂ ਰਿਫਿਊਜ਼ਲ ਆਈ ਆ, ਤੁਸੀਂ ਨਾਲ ਦੇ ਨਾਲ ਉਹਨੂੰ ਅਪਲਾਈ ਕਰੋ। ਹਾਂਜੀ, ਇੱਕ ਕੰਟਰੀ ਨੇ ਕਿਹਾ ਕਿ ਤੁਹਾਡੇ ਫੰਡ ਫੇਕ ਨੇ, ਤੁਸੀਂ ਨਾਲ ਦੇ ਨਾਲ ਉਹਦੀ ਜਸਟੀਫਿਕੇਸ਼ਨ ਤੋਂ ਦੱਸੋ ਕਿ ਤੁਹਾਡਾ ਪਰਿਵਾਰ ਦਾ ਇਨਕਮ ਚਾਹੇ 5 ਲੱਖ ਰੁਪਏ ਸਾਲ ਦਾ, ਬਟ ਤੁਸੀਂ ਜਿਹੜੇ ਫੰਡ 30 ਲੱਖ ਦੇ ਦਿਖਾਏ ਨੇ, ਤੁਸੀਂ ਕੋਈ ਪ੍ਰਾਪਰਟੀ ਜਾਂ ਕੋਈ ਚੀਜ਼ ਵੇਚ ਕੇ ਉਹ ਫੰਡ ਤੁਹਾਡੇ ਕੋਲ ਆਏ ਨੇ, ਜਾਂ ਤੁਸੀਂ ਕਿਤੋਂ ਲੋਨ ਲਿੱਤਾ ਜਾਂ ਕਿਤੋਂ ਵਿਆਜ ਤੋਂ ਲਿੱਤੇ ਆ, ਉਹ ਚੀਜ਼ ਨੂੰ ਜਸਟੀਫਿਕੇਸ਼ਨ ਤੋਂ। ਪਲੱਸ ਤੁਹਾਡੀ ਲੈਂਗੁਏਜ ਸਕੋਰ ਘੱਟ ਹੋਣ ਕਰਕੇ ਤੁਹਾਨੂੰ ਵੀਜ਼ਾ ਨਾ ਮਿਲਿਆ,
ਠੀਕ ਆ, ਉਸ ਚੀਜ਼ ਦੇ ਲਈ ਤੁਸੀਂ ਆਪਣਾ ਸੈਕਿੰਡ ਟਾਈਮ ਅਪਲਾਈ ਕਰੋ ਐਲਈ ਕੋਰਸ। ਜਿੱਦਾਂ ਕੈਨੇਡਾ 'ਚ ESL ਆ ਤਾਂ ਆਸਟ੍ਰੇਲੀਆ 'ਚ ਐਲਈ ਕੋਰਸ ਹੁੰਦਾ, ਲੈਂਗੁਏਜ ਕੋਰਸ, ਉਹ ਤੁਸੀਂ ਚੁਣੋ ਸੈਕਿੰਡ ਟਾਈਮ, ਸੋ ਤੁਹਾਡਾ ਵੀਜ਼ਾ ਪਹੁੰਚ ਜੇ। ਦੇਖੋ 5.5 ਆ ਨਾਰਮਲ ਜੇ ਸਕੋਰ ਹੁੰਦੇ ਨੇ, ਕੋਈ ਵੀ ਲੈ ਸਕਦਾ। ਆਸਟ੍ਰੇਲੀਆ ਦੀ ਕੋਈ 6 ਈਚ ਦੀ ਰਿਕੁਆਇਰਮੈਂਟ ਨਹੀਂ ਹੈਗੀ, ਉਹ ਓਵਰਆਲ 5.5 ਤੇ ਤੁਹਾਨੂੰ ਵੀਜ਼ਾ ਦਿੰਦਾ। ਸੋ ਇੰਨੇ ਕੁ ਬੈਂਡ ਪੂਰੇ ਪੰਜਾਬ ਦੇ ਆਏ ਹੋਏ ਨੇ, ਸੋ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਲੈ ਸਕਦੇ ਨੇ। ਬਟ ਸਹੀ ਤਰੀਕੇ ਨਾਲ ਹੀ ਤੁਸੀਂ ਆਪਣੀ ਫਾਈਲ ਨੂੰ ਸੈਕਿੰਡ ਟਾਈਮ ਲਾਓ। ਜਦੋਂ ਪਹਿਲਾਂ ਤੁਹਾਡੇ ਏਜੰਟ ਤੋਂ ਰਿਫਿਊਜ਼ਲ ਮਿਲ ਗਈ, ਸੋ ਤੁਸੀਂ ਸਾਡੇ ਕੋਲ ਆਓ, ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਵੀਜ਼ੇ ਲਈ ਤੁਸੀਂ ਕੀ ਪਹਿਲਾਂ ਡਾਕੂਮੈਂਟ ਲਾਏ ਉਹ ਸਾਰੇ ਮੈਨੂੰ ਦਿਓ ਤੇ ਮੈਂ ਤੁਹਾਨੂੰ ਵੀਜ਼ਾ ਲੈ ਕੇ ਦਊਂਗਾ। ਨਵੀਂ ਫਾਈਲ ਨੂੰ ਵੀ 1 ਮਹੀਨੇ 'ਚ ਵੀਜ਼ਾ ਤੇ ਰਿਫਿਊਜ਼ਲ ਫਾਈਲ ਨੂੰ ਵੀ 1 ਮਹੀਨੇ ਦੇ ਵਿੱਚ ਵੀਜ਼ਾ। ਓਕੇ। ਸੋ ਵੀਜ਼ਾ ਦੇਖੋ ਆਸਟ੍ਰੇਲੀਆ 'ਚ ਜ਼ਿਆਦਾ ਫਾਈਲਾਂ ਨਹੀਂ ਹੈਗੀਆਂ, ਵੀਜ਼ਾ ਦੇ ਰਹੇ ਨੇ। ਤੁਸੀਂ ਇਨਟੇਕ ਤੋਂ 1.5-2 ਮਹੀਨਾ ਪਹਿਲਾਂ ਸਬਮਿਟ ਕਰਵਾਓ ਫਾਈਲ। ਹੁਣ ਮੇਰੇ ਕੋਲ ਇੱਕ ਸਟੂਡੈਂਟ ਆਇਆ ਸੀ ਜੁਲਾਈ ਦੇ ਵਿੱਚ, ਉਹ ਯੂਨੀਵਰਸਿਟੀ ਜਾਣਾ ਚਾਹੁੰਦਾ ਸੀ ਬਟ ਉਹਦੀ ਰਿਕੁਆਇਰਮੈਂਟ ਯੂਨੀਵਰਸਿਟੀ ਦੀ ਨਹੀਂ ਬਣਦੀ ਸੀਗੀ। ਉਹਦੇ ਕਾਲਜ ਡਿਪਲੋਮੇ 'ਚ ਵੀਜ਼ਾ ਆਣਾ ਸੀਗਾ, ਬਟ ਉਹ ਸਟੂਡੈਂਟਸ ਦੀ ਹੁਣ ਰਿਫਿਊਜ਼ਲ ਆ ਚੁੱਕੀ ਆ ਜੀ। ਜੁਲਾਈ 'ਚ ਉਹਦੀ ਰਿਫਿਊਜ਼ਲ ਆ ਗਈ ਸੀ। ਹੁਣ ਬਾਅਦ ਦੇ ਵਿੱਚੋਂ ਮੇਰੇ ਕੋਲ ਆਇਆ ਕਿ ਸਰ ਮੈਂ ਹੁਣ ਤੁਹਾਡੇ ਕਹੇ ਤੇ ਹੀ ਅਪਲਾਈ ਕਰ ਲੈਣਾ। ਮੈਨੂੰ ਕਾਲਜ ਦੇ ਵਿੱਚ ਡਿਪਲੋਮਾ ਲੈ ਕੇ ਵੀਜ਼ਾ ਦੇ ਦਿੱਤਾ, ਉਹਦਾ ਸਤੰਬਰ ਦਾ ਵੀਜ਼ਾ ਆ ਗਿਆ। ਸਟੂਡੈਂਟ ਬਹੁਤ ਖੁਸ਼ ਆ। ਸੋ ਇਦਾਂ ਦੇ ਕਈ ਸਟੂਡੈਂਟਸ ਆਉਂਦੇ ਨੇ ਜਿਹੜੇ ਸਲਾਹ ਅਸੀਂ ਜਿਹਨੂੰ ਦਿੰਦੇ ਆ, ਬਟ ਉਹ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਇੱਥੇ ਉੱਥੇ ਜਾਣਾ। ਸੋ ਬਾਅਦ ਦੇ ਵਿੱਚ ਰਿਫਿਊਜ਼ਲ ਲਗਵਾ ਕੇ ਸਾਡੇ ਕੋਲ ਆਉਂਦੇ ਨੇ। ਹਰਪ੍ਰੀਤ ਸਿੰਘ ਨਾਮ ਆ ਸਟੂਡੈਂਟ ਦਾ, ਜਿਹਦਾ ਹੁਣ ਮੈਂ ਸਤੰਬਰ ਦਾ ਵੀਜ਼ਾ ਲੈ ਕੇ ਦਿੱਤਾ। ਜੀ ਬਿਲਕੁਲ। ਸੋ ਤੁਹਾਡੀ ਵੀ ਅਗਰ ਪ੍ਰੋਫਾਈਲ ਤੇ ਤੁਹਾਨੂੰ ਲੱਗਦਾ ਕੋਈ ਡਾਊਟ ਜਾਂ ਕਿਸੇ ਗੱਲ ਨੂੰ ਲੈ ਕੇ ਸੰਸ਼ੇ ਹੈ ਤਾਂ ਤੁਸੀਂ ਜ਼ਰੂਰ ਕਲੀਅਰ ਕਰੋ, ਔਰ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਆਫਿਸ ਪਟਿਆਲਾ ਇੱਥੇ ਜ਼ਰੂਰ ਪਹੁੰਚ ਕੇ ਤੁਸੀਂ ਜੋ ਆਪਣੇ ਡਾਕੂਮੈਂਟਸ ਦਿਖਾਓ, ਕਿਉਂਕਿ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ। ਜਿਵੇਂ ਆਪਾਂ ਪਹਿਲੇ ਕਈ ਸ਼ੋਜ਼ ਵਿੱਚ ਗੱਲ ਕਰਦੇ ਹਾਂ ਕਿ ਪਹਿਲਾਂ ਕੁਝ ਫਰਾਡ ਡਾਕੂਮੈਂਟਸ ਲੱਗਦੇ ਰਹੇ, ਜਿਸ ਕਰਕੇ ਹੁਣ ਵੈਰੀਫਿਕੇਸ਼ਨ ਨੂੰ ਟਾਈਮ ਜ਼ਿਆਦਾ ਲੱਗ ਰਿਹਾ। ਕਿ ਹਲੇ ਵੀ ਨਾਰਥ ਦਾ ਸਟੂਡੈਂਟ, ਚਾਹੇ ਪੰਜਾਬ ਹਰਿਆਣਾ ਦੇ ਸਟੂਡੈਂਟ ਦੀ ਆਪਾਂ ਗੱਲ ਕਰ ਰਹੇ ਹਾਂ, ਹਲੇ ਵੀ ਜ਼ਿਆਦਾ ਟਾਈਮ ਐਮਬੈਸੀ ਵੈਰੀਫਿਕੇਸ਼ਨ ਨੂੰ ਲੈ ਰਹੀ ਹੈ? ਦੇਖੋ ਵੈਰੀਫਿਕੇਸ਼ਨ ਨੂੰ ਬਿਲਕੁਲ ਟਾਈਮ ਲੱਗਦਾ ਪਿਆ, ਕਿਉਂਕਿ ਵੈਰੀਫਿਕੇਸ਼ਨ ਇਹ ਨਹੀਂ ਆ ਕਿ ਬਹੁਤ ਲੰਬੀ ਚੱਲਦੀ ਹੁੰਦੀ ਆ। ਜਿਹੜੇ ਵੀ ਕੰਪਨੀਆਂ, ਜਿਹੜੇ ਵੀ ਅੱਗੇ ਤੁਸੀਂ ਲਾ ਰਹੇ ਹੋ ਫਾਈਲਸ, ਉਹਨੇ ਕਿੰਨੇ ਟਾਈਮ ਪਹਿਲਾਂ ਤੁਹਾਡੀ ਫਾਈਲ ਐਮਬੈਸੀ ਨੂੰ ਦਿੱਤੀ, ਉਹ ਡਿਪੈਂਡ ਕਰਦਾ। ਅੱਜ ਤੁਸੀਂ ਇਹ ਨਵੰਬਰ ਦੇ ਵਿੱਚ ਪੜ੍ਹਨ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ, ਤੁਹਾਡੀ ਫਾਈਲ ਅਕਤੂਬਰ ਦੇ ਫਸਟ ਵੀਕ ਤੱਕ ਸਬਮਿਟ ਹੋਣੀ ਚਾਹੀਦੀ ਆ। ਉਹਨਾਂ ਨੇ ਵੈਰੀਫਿਕੇਸ਼ਨ ਕਰਨੀ ਆ, ਉਹਨਾਂ ਨੇ ਹਰ ਇੱਕ ਚੀਜ਼ ਚੈੱਕ ਕਰਨੀ ਆ। ਤੁਹਾਡਾ ਮੈਡੀਕਲ ਹੋਣਾ, ਅੱਗੇ ਮੈਡੀਕਲ ਅਪਲੋਡ ਵੀ ਕਰਨਾ ਉਹਨਾਂ ਨੇ ਜਿੱਥੋਂ ਤੁਸੀਂ ਕਰਵਾਇਆ। ਸੋ ਇਹ ਟਾਈਮ ਹੁੰਦਾ ਥੋੜਾ ਘੱਟ, ਬਟ ਤੁਸੀਂ ਟਾਈਮ ਤੋਂ ਪਹਿਲਾਂ ਫਾਈਲ ਲਾਓ ਕਿ ਤੁਹਾਨੂੰ ਵੀਜ਼ਾ ਮਿਲ ਜੇ। ਅੱਜ ਮੇਰੇ ਕੋਲ ਕੁਝ ਸਟੂਡੈਂਟ ਆਏ, ਸਰ ਅਸੀਂ ਨਵੰਬਰ ਇਨਟੇਕ ਲਈ ਜਾਣਾ ਚਾਹੁੰਦੇ ਹਾਂ ਆਸਟ੍ਰੇਲੀਆ। ਉਹਨਾਂ ਨੂੰ ਮੈਂ ਨਵੰਬਰ ਇਨਟੇਕ ਦੇ ਲਈ ਨਾ ਕਰਕੇ ਉਹਨਾਂ ਨੂੰ ਨੈਕਸਟ ਇਨਟੇਕ ਦੱਸਿਆ। ਉਹ ਕਹਿੰਦੇ ਸਰ ਕਾਰਨ? ਮੈਂ ਕਿਹਾ ਕਾਰਨ ਟਾਈਮ ਘੱਟ ਆ, ਵੈਰੀਫਿਕੇਸ਼ਨ ਕਰਨੀ ਆ ਕੰਟਰੀ ਨੇ, ਇੰਨੇ ਟਾਈਮ 'ਚ ਮੈਂ ਫਾਈਲ ਤਿਆਰ ਕਰ ਦੂੰਗਾ, ਬਟ ਅੱਗੇ ਜਿਹੜੇ ਆਪਾਂ ਕੰਟਰੀ 'ਚ ਫਾਈਲ ਲਗਾ ਰਹੇ ਉਹਨੇ ਵੀ ਅੱਗੇ ਵੈਰੀਫਿਕੇਸ਼ਨ ਕਰਨੀ ਆ ਨਾ, ਉਹਨੂੰ ਵੀ ਟਾਈਮ ਚਾਹੀਦਾ। ਸੋ ਇਸ ਕਰਕੇ ਤੁਹਾਡਾ ਇਨਟੇਕ ਨਹੀਂ ਹੋ ਸਕਦਾ। ਸੋ ਸਟੂਡੈਂਟਸ ਉਸ ਗੱਲ ਨੂੰ ਫੋਲੋ ਕੀਤਾ, ਸੋ ਅਪਲਾਈ ਕਰ ਰਹੇ ਨੇ। ਸੋ ਤੁਸੀਂ ਵੀ ਜੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਗੈਪ ਆ ਕੁਝ ਕਿੱਦਾਂ ਦੀ ਵੀ ਤੁਹਾਡੀ ਫਾਈਲ ਆ, ਤੁਸੀਂ ਸਾਡੇ ਕੋਲ ਆਓ। ਕੋਈ ਸਾਡੀ ਫੀਸ ਨਹੀਂ ਹੈਗੀ ਤੁਹਾਨੂੰ ਸਲਾਹ ਦੇਣ ਦੀ, ਸਾਡਾ ਕਾਰੋਬਾਰ ਆ ਤੁਹਾਡਾ ਵੀਜ਼ਾ ਅਪਲਾਈ ਕਰਨਾ। ਤੁਸੀਂ ਡਾਕੂਮੈਂਟਸ ਲੈ ਕੇ ਆਓ, ਪਰਿਵਾਰ ਦੇ ਨਾਲ ਆਓ, ਤੁਹਾਡਾ ਕਿੰਨੇ ਟਾਈਮ 'ਚ ਕਿੰਨੇ 'ਚ ਤੁਹਾਡਾ ਵੀਜ਼ਾ ਲੈ ਦਾਂਗੇ ਅਸੀਂ। ਇਸ ਚੀਜ਼ ਦੇ ਲਈ ਤੁਹਾਨੂੰ ਆਫਿਸ ਆਣਾ ਪਊਗਾ, ਕਿਉਂਕਿ ਜੇ ਤੁਸੀਂ ਆਫਿਸ ਨਹੀਂ ਆਓਗੇ, ਤੁਸੀਂ ਘਰ ਬੈਠੇ ਆਪਣੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ, ਤੁਸੀਂ WhatsApp ਕਰ ਸਕਦੇ ਹੋ ਸਾਡੇ ਨੰਬਰ ਤੇ ਆਪਣੇ ਡਾਕੂਮੈਂਟਸ, ਤੁਹਾਨੂੰ 24 ਘੰਟਿਆਂ ਦੇ ਵਿੱਚ ਅਸੈਸਮੈਂਟ ਮਿਲ ਚੁੱਕੀ ਤੁਹਾਡੀ ਐਪਲੀਕੇਸ਼ਨ ਦੀ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਨਾਲ ਦੇ ਨਾਲ ਸਾਡੇ ਕੋਲ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਸਵਾਲ ਬਹੁਤ ਆਏ ਹੋਏ ਨੇ ਕਿ ਜਿਹੜੇ ਸਟੂਡੈਂਟ ਨਾਲ ਸਪਾਊਸ ਵੀਜ਼ਾ ਦਾ ਅਪਲਾਈ ਕਰਨਾ ਚਾਹੁੰਦੇ ਨੇ, ਸਪਾਊਸ ਕੇਸ ਹੈ ਉਹਨਾਂ ਦਾ, ਤਾਂ ਕੀ ਐਲੀਜੀਬਿਲਿਟੀ, ਔਰ ਕਿਉਂਕਿ ਕਿੰਨਾ ਟਾਈਮ ਇਸ ਨੂੰ ਵੀ ਲੱਗ ਰਿਹਾ, ਔਰ ਫਾਈਨੈਂਸ਼ੀਅਲੀ ਖੁਦ ਕਿੰਨਾ ਕੁ ਉਹਨਾਂ ਨੂੰ ਸਟਰੋਂਗ ਹੋਣਾ ਪਏਗਾ, ਕਿਉਂਕਿ ਜਿਵੇਂ ਤੁਸੀਂ 6 ਤੋਂ 7 ਲੱਖ ਬਜਟ ਵਿੱਚ ਸਟੂਡੈਂਟ ਨੂੰ ਭੇਜ ਰਹੇ ਹੋ, ਤਾਂ ਸਪਾਊਸ ਕੇਸ ਅਗਰ ਨਾਲ ਜਾਂਦਾ ਹੈ, ਸਪਾਊਸ ਕੇਸ ਵੀ ਅਗਰ ਨਾਲ ਲਗਾਇਆ ਜਾਂਦਾ ਤਾਂ ਉਹਦਾ ਐਕਸਟਰਾ ਕਿੰਨਾ ਖਰਚਾ ਹੋਰ ਬਣਦਾ? ਦੇਖੋ ਐਕਸਟਰਾ ਕੋਈ ਖਰਚਾ ਨਹੀਂ ਆ ਜਦੋਂ ਸਪਾਊਸ ਨਾਲ ਜਾ ਰਿਹਾ। ਸਪਾਊਸ ਦੀ ਸਿਰਫ ਐਮਬੈਸੀ ਫੀਸ ਤੇ ਮੈਡੀਕਲ ਦੀ ਫੀਸ ਲੱਗਣੀ ਆ, ਹੋਰ ਉਹਦਾ ਕੋਈ ਖਰਚਾ ਨਹੀਂ ਆਉਣਾ। ਸੋ ਜਿੱਥੇ 7 ਲੱਖ ਰੁਪਇਆ ਸਟੂਡੈਂਟ ਦਾ ਲੱਗ ਰਿਹਾ, ਉੱਥੇ ਸਪਾਊਸ ਦਾ 50,000 ਜਾਂ 60,000 ਐਕਸਟਰਾ ਲੱਗ ਜੂਗਾ, ਕਿਉਂਕਿ ਉਹਦੀ ਐਮਬੈਸੀ ਫੀਸ ਵੀ ਲੱਗਣੀ ਆ, ਉਹਦਾ ਮੈਡੀਕਲ ਵੀ ਹੋਣਾ। ਜਸਟ ਇੰਨਾ ਕੁ ਖਰਚਾ। ਸਪਾਊਸ ਕੇਸ ਅਪਲਾਈ ਕਰ ਰਿਹਾ ਆਸਟ੍ਰੇਲੀਆ ਆ ਕਿ ਜਿਹੜਾ ਸੇਮ ਡੇ ਸਪਾਊਸ ਨੂੰ ਵੀਜ਼ਾ ਦੇ ਰਿਹਾ। ਸਪਾਊਸ ਕੇਸ ਦੇ ਵੀਜ਼ੇ ਵੀ ਆ ਰਹੇ ਨੇ,
ਟਾਈਮ ਵੀ ਕੋਈ ਜ਼ਿਆਦਾ ਨਹੀਂ ਲੱਗ ਰਿਹਾ, ਨਾਰਮਲ ਟਾਈਮਿੰਗ ਦੇ ਵਿੱਚ ਵੀਜ਼ੇ ਆ ਰਹੇ ਨੇ। ਤੁਸੀਂ ਆਪਣੀ ਮੈਰਿਜ ਆ ਜਿਹੜਾ ਉਹਦਾ ਤੁਹਾਡੇ ਕੋਲ ਸਰਟੀਫਿਕੇਟ ਹੋਵੇ, ਰਜਿਸਟਰ ਮੈਰਿਜ ਦਾ ਸਰਟੀਫਿਕੇਟ ਆ, ਮੈਰਿਜ ਦੀ ਫੋਟੋਜ਼ ਦਿਓ ਤੇ ਤੁਹਾਡੇ ਸਪਾਊਸ ਦਾ ਨਾਲ ਵੀਜ਼ਾ ਲੱਗ ਕੇ ਆਊਗਾ ਤੁਹਾਡੇ ਨਾਲ ਖੁਦ। ਓਕੇ, ਸੋ ਇਹ ਚੀਜ਼ਾਂ ਨੇ, ਤੁਸੀਂ ਇਸ ਚੀਜ਼ਾਂ ਨੂੰ ਫੋਲੋ ਕਰੋਗੇ ਤੁਹਾਨੂੰ ਵੀਜ਼ਾ ਮਿਲ ਜਾਊਗਾ। ਬਟ ਮੇਰੇ ਕੋਲ ਹਰ ਇੱਕ ਤਰ੍ਹਾਂ ਦੇ ਵੀਜ਼ੇ ਨੇ, ਇਹ ਨਹੀਂ ਹੈ ਕਿ ਕੱਲਾ ਆਪਾਂ ਆਸਟ੍ਰੇਲੀਆ ਦਾ ਵੀਜ਼ਾ ਦੇ ਰਹੇ ਹਾਂ, ਆਪਾਂ ਕੈਨੇਡਾ ਦਾ ਵੀ, ਯੂਕੇ ਦਾ ਵੀ, ਯੂਐਸ ਦਾ ਵੀ ਵੀਜ਼ਾ ਦੇ ਰਹੇ ਹਾਂ। ਬਟ ਤੁਹਾਡੀ ਰਿਕੁਆਇਰਮੈਂਟ, ਤੁਹਾਡੀ ਐਲੀਜੀਬਿਲਟੀ ਕਿੱਥੇ ਦੀ ਬਣ ਰਹੀ ਆ, ਉਹ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਨੇ। ਡਾਕੂਮੈਂਟ ਲੈ ਕੇ ਆਉਂਗੇ, ਤੁਹਾਨੂੰ ਦੱਸਿਆ ਜਾਊਗਾ ਤੁਹਾਡੇ ਕਿਹੜੀ ਕੰਟਰੀ 'ਚੋਂ ਕਿੱਥੋਂ ਵੀਜ਼ਾ ਮਿਲਦਾ। ਬਟ ਕਈ ਸਟੂਡੈਂਟਸ ਆਸਟ੍ਰੇਲੀਆ ਦੇ ਲਈ ਨਹੀਂ ਐਲੀਜੀਬਲ ਹੁੰਦੇ, ਉਹਨਾਂ ਨੂੰ ਕਿਸੇ ਹੋਰ ਕੰਟਰੀ ਦੇ ਵਿੱਚ ਭੇਜਿਆ ਜਾਂਦਾ। ਸੋ ਇੱਦਾਂ ਹੀ ਪੂਰਾ ਪੰਜਾਬ ਆ ਜਿਹੜਾ ਜੇ ਇੱਕ ਸਲਾਹ ਦੇ ਉੱਤੇ ਚੱਲੂਗਾ ਉਹ ਅੱਜ ਵੀਜ਼ੇ ਦੇ ਮੁਕਾਮ ਤੱਕ ਪਹੁੰਚ ਜਾਊਗਾ। ਕਿਉਂਕਿ ਜੇ ਗੱਲ ਕਰਦੇ ਹਾਂ ਆਪਾਂ ਅੱਜ ਤੋਂ ਪਿਛਲੇ 2 ਜਾਂ 3 ਸਾਲਾਂ ਦੀ, ਸੋ ਬਹੁਤ ਪੰਜਾਬ ਦਾ ਸਟੂਡੈਂਟ ਕੈਨੇਡਾ, ਆਸਟ੍ਰੇਲੀਆ, ਯੂਕੇ ਵੱਲ ਜਾ ਚੁੱਕਿਆ। ਬਟ ਜਿਹੜੇ ਹੁਣ ਜਾਣਾ ਚਾਹੁੰਦੇ ਨੇ ਉਹਨਾਂ ਦੀਆਂ ਬਹੁਤ ਰਿਫਿਊਜ਼ਲਾਂ ਆ ਰਹੀਆਂ ਨੇ। ਕੈਨੇਡਾ ਤੋਂ ਰਿਫਿਊਜ਼ਲ, ਕੋਈ ਯੂਕੇ ਤੋਂ ਰਿਫਿਊਜ਼ ਆ, ਕੋਈ ਆਸਟ੍ਰੇਲੀਆ ਤੋਂ ਰਿਫਿਊਜ਼ ਆ। ਬਟ ਜਦੋਂ ਰਿਫਿਊਜ਼ਲ ਦੇ ਕਾਰਨ ਦੇਖੇ ਗਏ ਆ ਉਹ ਪੈਕੇਜ ਦੇ ਵਿੱਚ ਦੇਖੇ ਗਏ ਆ ਜੀ। ਜਿੱਥੇ ਤੁਸੀਂ ਕਹਿ ਦਿੰਦੇ ਹੋ ਵੀਜ਼ਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਉੱਥੇ ਰਿਫਿਊਜ਼ਲ ਮਿਲਣੀ ਇੱਕ ਆਮ ਜੀ ਗੱਲ ਆ। ਉਹ ਜੂਆ ਇੱਕ ਬਿਲਕੁਲ ਬਿਨਾਂ ਪੈਸੇ ਲਾਏ ਫਾਈਲ ਲੱਗਦੀ ਆ ਐਮਬੈਸੀ 'ਚ ਤੇ ਉਹ ਫਿਰ ਰਿਫਿਊਜ਼ ਹੋ ਕੇ ਹੀ ਮਿਲਦੀ ਹੁੰਦੀ ਹੈ। ਤੇ ਬਹੁਤ ਘੱਟ ਨੇ ਪੈਕੇਜ ਨਾ ਸਿਸਟਮ ਦੇ ਉੱਤੇ ਵੀਜ਼ੇ ਆਉਣੇ ਜੀ। ਬਿਲਕੁਲ। ਤੇ ਇੱਕ ਥੋੜੀ ਪ੍ਰੋਫਾਈਲ ਜਿਵੇਂ ਸਾਡੇ ਕੋਲ ਕੁਝ ਆਉਂਦੀਆਂ ਆਪਾਂ ਦੇਖੀਏ, ਅਗਰ ਗੈਪ ਹੈ, ਲੋ ਬੈਂਡ ਸਕੋਰ ਹੈ, ਲੋ ਪਰਸੈਂਟੇਜ ਹੈ, ਕਿ ਉਹ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ, ਕਿਸੇ ਤਰੀਕੇ ਨਾਲ ਜਸਟੀਫਾਈ ਹੋ ਸਕਦੀ ਉਹਨਾਂ ਦੀ ਪ੍ਰੋਫਾਈਲ, ਜਾਂ ਫਿਰ ਉਹਨਾਂ ਨੂੰ ਅਦਰ ਆਪਸ਼ਨ ਕੋਈ ਹੋਰ ਕੰਟਰੀ ਵੱਲ ਨਹੀਂ? ਦੇਖੋ ਇਦਾਂ ਦਾ ਕੁਝ ਨਹੀਂ ਹੈਗਾ। ਜਿਹੜੇ ਸਟੂਡੈਂਟਸ ਦਾ ਗੈਪ ਆ, ਪਰਸੈਂਟ ਲੋ ਆ ਜਾਂ ਬੈਂਡ ਸਕੋਰ ਲੋ ਨੇ, ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ। ਆਸਟ੍ਰੇਲੀਆ ਦੀ ਆਸ ਦੀ ਰਿਕੁਆਇਰਮੈਂਟ ਓਵਰਆਲ 5.5 ਆ। ਓਵਰਆਲ 5.5 ਹਰ ਇੱਕ ਸਟੂਡੈਂਟ ਦੇ ਇਸ ਟਾਈਮ ਪੰਜਾਬ ਦੇ ਵਿੱਚ ਹੈਗੇ ਨੇ ਜਿਹੜਾ ਅਪਲਾਈ ਕਰਨਾ ਚਾਹੁੰਦਾ। ਪਰਸੈਂਟ ਦੇਖੋ, 50-45 ਡਿਪਲੋਮੇ ਦੇ ਲਈ ਐਲੀਜੀਬਲ ਆ ਸਟੂਡੈਂਟ। ਗੈਪ ਆ, ਗੈਪ ਦਾ ਕੋਈ ਨਾ ਕੋਈ ਰੀਜ਼ਨ ਆ। ਕਿਸੇ ਦੀ ਮੈਰਿਜ ਹੋ ਗਈ ਆ, ਉਹ ਮੈਰਿਜ ਤੋਂ ਬਾਅਦ ਅਪਲਾਈ ਕਰ ਰਿਹਾ, ਜਾਂ ਕੋਈ ਪੜ੍ਹਾਈ ਛੱਡ ਕੇ ਕੰਮ ਕਰਨ ਲੱਗ ਗਿਆ ਸੀ, ਅੱਜ ਉਹ ਬਾਹਰ ਜਾਣਾ ਚਾਹੁੰਦਾ। ਹਰ ਇੱਕ ਦਾ ਕੋਈ ਨਾ ਕੋਈ ਰੀਜ਼ਨ ਆ ਗੈਪ ਦਾ। ਕਿਸੇ ਕੋਲ ਪੈਸਾ ਨਹੀਂ ਸੀਗਾ ਬਾਹਰ ਜਾਣ ਵਾਸਤੇ, ਉਹਨੂੰ ਸਾਲ 2 ਸਾਲ ਲੱਗ ਗਿਆ ਪੈਸਾ ਪਰਿਵਾਰ ਨੂੰ ਇਕੱਠਾ ਕਰਨ ਦੇ ਲਈ। ਹਰ ਇੱਕ ਬੰਦੇ ਦਾ ਕੋਈ ਨਾ ਕੋਈ ਰੀਜ਼ਨ ਆ, ਉਹ ਰੀਜ਼ਨ ਦੱਸੀਦਾ ਹੁੰਦਾ ਐਮਬੈਸੀ ਨੂੰ ਤੇ ਵੀਜ਼ਾ ਮਿਲ ਜਾਂਦਾ ਜੀ। ਸੋ ਇੱਕ ਕੇਸ ਸੀਗਾ ਜਿਹਦਾ 2 ਸਾਲ ਦਾ ਵੀਜ਼ਾ, 2 ਸਾਲ ਦਾ ਗੈਪ ਸੀ, ਮੈਂ ਤਾਂ ਵੀਜ਼ਾ ਲੈ ਕੇ ਦਿੱਤਾ। ਉਹਦੇ 'ਚ ਕੀ ਅਸੀਂ ਮੈਂਸ਼ਨ ਕੀਤਾ, ਉਹ ਪਰਿਵਾਰ ਨੇ ਦੱਸਿਆ ਕਿ ਸਾਡੇ ਕੋਲ ਪੇਮੈਂਟ ਨਹੀਂ ਅਰੇਂਜ ਹੋ ਰਹੀ ਸੀ, ਅਸੀਂ ਆਪਣੀ ਜ਼ਮੀਨ ਸੇਲ ਕਰ ਰਹੇ ਸੀਗੇ, ਘੱਟੋ ਘੱਟ 2-1.5 ਸਾਲ ਸਾਨੂੰ ਇਦਾਂ ਹੀ ਲੱਗ ਗਿਆ। ਸੋ ਚੀਜ਼ ਮੈਂਸ਼ਨ ਕੀਤੀ, ਵੀਜ਼ਾ ਮਿਲਿਆ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਤੁਹਾਨੂੰ ਦੱਸਣਾ ਪੈਂਦਾ ਹੁੰਦਾ ਕਿ ਤੁਹਾਡਾ ਕੀ ਰੀਜ਼ਨ ਆ। ਜੀ ਬਿਲਕੁਲ। ਸੋ ਗੱਲ ਉੱਥੇ ਕੁੱਲ ਮਿਲਾ ਕੇ ਇਹ ਆਂਦੀ ਕਿ ਅਗਰ ਤੁਸੀਂ ਆਪਣੀ ਜੈਨੂਇਨ ਪ੍ਰੋਫਾਈਲ ਦੇ ਨਾਲ ਵੀ ਅਪਲਾਈ ਕਰਦੇ ਹੋ, ਸਹੀ ਢੰਗ ਨਾਲ ਅਪਲਾਈ ਕੀਤਾ ਜਾਂਦਾ, ਤੁਹਾਡਾ ਕੰਸਲਟੈਂਟ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਦਾ ਹਰ ਇੱਕ ਚੀਜ਼ ਨੂੰ, ਤਾਂ ਉੱਥੇ ਸਕਸੈਸਫੁਲੀ ਵੀਜ਼ਾ ਲੱਗ ਕੇ ਆਂਦਾ ਹੀ ਆਂਦਾ। ਇਹ ਨਹੀਂ ਹੁੰਦਾ ਕਿ ਤੁਸੀਂ ਫਰਾਡ ਡਾਕੂਮੈਂਟਸ ਲਗਾ ਕੇ ਫੁਲਫਿਲ ਕਰਤਾ ਔਰ ਦਿਖਾਤਾ ਜੀ ਅਸੀਂ ਇਹ ਡਿਪਲੋਮਾ ਕਰ ਲਿਆ ਸੀ ਜਾਂ ਕੋਰਸ ਕਰ ਲਿਆ ਸੀ। ਸੋ ਫਰਜ਼ੀ ਚੀਜ਼ਾਂ ਵੱਲ ਨਾ ਜਾਇਆ ਕਰੋ, ਜੈਨੂਇਨ ਹੀ ਰਿਹਾ ਕਰੋ। ਤੇ ਐਮਬੈਸੀ ਜੋ ਹੈ ਜੈਨੂਇਨ ਚੀਜ਼ਾਂ ਨੂੰ ਸਮਝਦੀ ਹੈ ਅਤੇ ਉਹਨਾਂ ਸਟੂਡੈਂਟਸ ਦੇ ਵੀਜ਼ੇ ਵੀ ਦਿੰਦੀ ਹੈ, ਜਿਵੇਂ ਕਿ ਹੁਣੇ ਸ਼ੈਵੀ ਜੀ ਨੇ ਦੱਸਿਆ ਵੀ ਹੈ ਕਿ ਕਿਵੇਂ ਜੈਨੂਇਨ ਪ੍ਰੋਫਾਈਲ ਦੇ ਉੱਪਰ ਜੈਨੂਇਨ ਰੀਜ਼ਨਸ ਦੇ ਨਾਲ ਵੀ ਉਹ ਵੀਜ਼ਾ ਲੈ ਕੇ ਆਉਂਦੇ ਨੇ। ਸੋ ਆਪਾਂ ਕੁਝ ਰਿਫਿਊਜ਼ਲ ਕੇਸਿਸ ਦੀ ਵੀ ਗੱਲ ਕਰ ਲਈਏ, ਜਿਹੜੇ ਸਟੂਡੈਂਟਸ 1 ਵਾਰ 2 ਵਾਰ 3 ਵਾਰ ਕੈਨੇਡਾ ਤੋਂ ਰਿਫਿਊਜ਼ਲ ਲੈ ਕੇ ਥੱਕ ਚੁੱਕੇ ਨੇ, ਹਾਰ ਚੁੱਕੇ ਨੇ, ਆਪਣੀ ਉਮੀਦ ਛੱਡ ਚੁੱਕੇ ਨੇ, ਕਿ ਉਹਨਾਂ ਨੂੰ ਹੁਣ ਆਸਟ੍ਰੇਲੀਆ ਵੱਲ ਮੂਵ ਕਰ ਲੈਣਾ ਚਾਹੀਦਾ? ਆਸਟ੍ਰੇਲੀਆ ਇੱਕ ਬੈਸਟ ਆਪਸ਼ਨ ਕਹਿ ਸਕਦੇ ਹਾਂ ਅਸੀਂ? ਜੀ ਦੇਖੋ, ਬੈਸਟ ਆਪਸ਼ਨ ਆਸਟ੍ਰੇਲੀਆ ਹੈ ਜੀ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਜਿਹੜੇ ਕੈਨੇਡਾ ਨੂੰ ਪਿਆਰ ਕਰਦੇ ਨੇ, ਉੱਥੇ ਜਾਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਜਵਾਬ ਨਹੀਂ ਦਊਂਗਾ ਕਿ ਤੁਹਾਡੀ ਰਿਫਿਊਜ਼ਲਾਂ ਤੋਂ ਬਾਅਦ ਤੁਸੀਂ ਕੈਨੇਡਾ ਨਹੀਂ ਜਾ ਸਕਦੇ। ਦੇਖੋ, ਤੁਹਾਡੀ ਰਿਫਿਊਜ਼ਲ ਆਈ ਆ, ਹਰ ਇੱਕ ਰਿਫਿਊਜ਼ਲ ਦੇ ਕਾਰਨ ਲਿਖ ਕੇ ਆਇਆ ਤੇ ਹਰ ਇੱਕ ਰਿਫਿਊਜ਼ਲ ਤੇ ਲਿਖਿਆ ਹੋਇਆ ਵੈਲਕਮ ਟੂ ਰੀਅਪਲਾਈ। ਜਿਹੜੀ ਕੰਟਰੀ ਨੇ ਤੁਹਾਨੂੰ 3 ਰਿਫਿਊਜ਼ਲਾਂ ਦਿੱਤੀਆਂ, ਉਹ ਫੇਰ ਵੀ ਤੁਹਾਨੂੰ ਵੈਲਕਮ ਕਰ ਰਹੀ ਆ ਰਿਫਿਊਜ਼ਲ ਲੈਟਰ ਦੇ ਵਿੱਚ ਲਿਖ ਕੇ। ਤੁਸੀਂ ਸਮਝੋ ਕਿ ਤੁਹਾਡੇ ਕਾਰਨ ਆ ਜਿਨ੍ਹਾਂ ਕਰਕੇ ਤੁਹਾਨੂੰ ਉਹ ਵੀਜ਼ਾ ਨਹੀਂ ਦੇ ਰਹੀ, ਉਹ ਕਾਰਨ ਦੇ ਉੱਤੇ ਕੰਮ ਹੀ ਨਹੀਂ ਕੀਤਾ ਜਾਂਦਾ ਜੀ। ਅੱਜ ਸਟੂਡੈਂਟ ਕੀ ਕਰ ਰਿਹਾ, ਇੱਕ ਰਿਫਿਊਜ਼ਲ ਲੈਤੀ, ਉਹ ਫੇਰ ਦੂਜੀ ਰਿਫਿਊਜ਼ਲ ਵਾਲੇ ਨੂੰ ਹੋ ਗਿਆ, ਫੇਰ ਤੀਜੀ ਰਿਫਿਊਜ਼ਲ ਵਾਲੇ ਨੂੰ ਹੋ ਗਿਆ। ਰਿਫਿਊਜ਼ਲ ਕਾਰਨ ਰਿਫਿਊਜ਼ਲ ਦਾ ਸਿੰਪਲ ਜਿਹਾ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਕਿਉਂਕਿ ਉਹ ਕਹਿੰਦੇ ਆ ਜੀ ਜੇ ਅਸੀਂ ਪਹਿਲੀ ਰਿਫਿਊਜ਼ਲ 'ਚ 2 ਲੱਖ ਦਾ ਜਾਂ 50,000 ਦਾ ਨੁਕਸਾਨ ਕਰਾ ਲਿਆ ਜੀ,
ਹੁਣ ਤਾਂ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਪੈਸੇ ਤੇ ਨਾਲ ਵੀਜ਼ਾ ਨਹੀਂ ਆਉਂਦਾ। ਵੀਜ਼ਾ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਆਉਂਦਾ। ਜਦੋਂ ਮੈਂ ਤੁਹਾਨੂੰ ਕਹਿਣਾ ਕਿ ਪੂਰਾ ਪੰਜਾਬ ਆ 50 ਲੱਖ ਰੁਪਏ ਭਰਨ ਨੂੰ ਤਿਆਰ ਆ, ਅੰਬੈਸੀ ਵੀਜ਼ਾ ਦੇਵੇ। ਅੰਬੈਸੀ ਵੀਜ਼ਾ ਪੈਸੇ ਦੇ ਨਾਲ ਨਹੀਂ ਦੇ ਰਹੀ ਆ, ਅੰਬੈਸੀ ਵੀਜ਼ਾ ਤੁਹਾਡੇ ਡਾਕੂਮੈਂਟ ਤੇ ਦੇ ਰਹੀ ਆ। ਪੈਸੇ ਤਾਂ ਤੁਸੀਂ ਸਿਰਫ ਆਪਣੀ ਫੀਸ ਤੇ ਆਪਣੇ ਨਾਲ ਲੈ ਕੇ ਜਾ ਰਹੇ ਹੋ, ਉਹ ਪੈਸੇ ਤੁਹਾਡੇ ਕੰਮ ਆ ਰਹੇ ਨੇ, ਉਹਨਾਂ ਦੇ ਲਈ ਉਹ ਪੈਸੇ ਕੰਮ ਨਹੀਂ ਆ ਰਹੇ। ਤੁਹਾਨੂੰ ਵੀਜ਼ਾ ਮਿਲੂਗਾ ਡਾਕੂਮੈਂਟ ਦੇ ਨਾਲ। ਤੁਹਾਨੂੰ ਅੰਬੈਸੀ ਨੂੰ ਪੈਸੇ ਨਹੀਂ ਡਾਕੂਮੈਂਟ ਦੇਣੇ ਪੈਣਗੇ ਤਾਂ ਤੁਹਾਨੂੰ ਵੀਜ਼ਾ ਮਿਲੂਗਾ। ਅੱਜ ਆਸਟ੍ਰੇਲੀਆ ਦੇ ਵਿੱਚ ਇਹ ਗੱਲ ਚੱਲੀ ਸੀ, ਸਾਲ ਦੀ ਫੀਸ ਦੇ ਨਾਲ ਆਸਟ੍ਰੇਲੀਆ 'ਚ ਵੀਜ਼ਾ ਆਊਗਾ, ਨਹੀਂ 6 ਮਹੀਨੇ ਦੀ ਫੀਸ ਦੇ ਨਾਲ ਵੀ ਵੀਜ਼ਾ ਮਿਲਦਾ ਪਿਆ। ਡਾਕੂਮੈਂਟ ਸਹੀ ਲਾਓ, ਵੀਜ਼ਾ ਲਓ। ਜੇ ਡਾਕੂਮੈਂਟ ਨਹੀਂ ਸਹੀ ਲਾਓਗੇ ਵੀਜ਼ਾ ਨਹੀਂ ਮਿਲੂਗਾ। ਸੋ ਇਹ ਚੀਜ਼ਾਂ ਜਿਹੜੇ ਸਟੂਡੈਂਟਸ ਮਾਈਂਡ ਸੈਟਅਪ ਬਣਾ ਚੁੱਕੇ ਨੇ ਕਿ ਨਹੀਂ ਜੀ ਹੁਣ ਤਾਂ ਗੈਪ ਪੈ ਗਿਆ, ਹੁਣ ਸਾਨੂੰ ਆਸਟ੍ਰੇਲੀਆ ਨੇ ਵੀਜ਼ਾ ਨਹੀਂ ਦੇਣਾ। ਮੈਂ ਉਹਨਾਂ ਨੂੰ ਗਰੰਟੀ ਦੇ ਨਾਲ ਵੀਜ਼ਾ ਲੈ ਕੇ ਦਊਂਗਾ, ਮੇਰੇ ਕੋਲ ਐਪਲੀਕੇਸ਼ਨ ਲੈ ਕੇ ਆਓ, ਮੈਨੂੰ ਦੱਸੋ ਕੀ ਕਾਰਨ ਸੀ ਤੁਹਾਡਾ, ਕਿਉਂ ਇੰਨੇ ਸਾਲ ਕੁਛ ਨਹੀਂ ਕੀਤਾ ਤੁਸੀਂ। ਸੋ ਉਹਨੂੰ ਜਸਟੀਫਿਕੇਸ਼ਨ ਦੇ ਕੇ ਪ੍ਰੋਫਾਈਲ ਨੂੰ ਰੀਪ੍ਰੈਜ਼ੈਂਟ ਕਰਕੇ ਅੰਬੈਸੀ ਤੱਕ ਪਹੁੰਚਾਇਆ ਜਾਊਗਾ ਤੇ ਵੀਜ਼ੇ ਦੇ ਮੁਕਾਮ ਤੱਕ ਤੁਹਾਨੂੰ ਪਹੁੰਚਾਵਾਂਗੇ, ਕਿਉਂਕਿ ਅਸੀਂ ਹੋਰ ਵੀ ਸਟੂਡੈਂਟਸ ਪਹੁੰਚਾ ਚੁੱਕੇ ਆ। ਇਹ ਨਹੀਂ ਹੈ ਕਿ ਤੁਹਾਨੂੰ ਪਹੁੰਚਾਉਣ ਲੱਗੇ ਆ। ਤੁਹਾਡੇ ਤੋਂ ਵੀ ਵੱਧ ਗੈਪ ਸੀ, ਤੁਹਾਡੇ ਤੋਂ ਵੀ ਵੱਧ ਲੋ ਪ੍ਰੋਫਾਈਲ ਸੀਗੀਆਂ ਉਹਨਾਂ ਦੀਆਂ, ਜਿਹੜੇ ਅੱਜ ਆਸਟ੍ਰੇਲੀਆ ਕੈਨੇਡਾ ਪਹੁੰਚ ਚੁੱਕੇ ਨੇ। ਤੁਸੀਂ ਜਾਣਾ ਚਾਹੁੰਦੇ ਹੋ, ਪਟਿਆਲੇ ਆਓ, ਡਾਕੂਮੈਂਟਸ ਲੈ ਕੇ ਆਓ ਪਰਿਵਾਰ ਦੇ ਨਾਲ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਸੋ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਉਮੀਦ ਗਵਾ ਚੁੱਕੇ ਹੋ ਕਿ ਤੁਹਾਡਾ ਹੁਣ ਵੀਜ਼ਾ ਆਸਟ੍ਰੇਲੀਆ ਲੱਗੇਗਾ ਕਿ ਨਹੀਂ, ਇੱਕ ਵਾਰੀ ਜ਼ਰੂਰ ਤੁਸੀਂ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਆਫਿਸ ਜੋ ਪਟਿਆਲਾ ਵਿੱਚ ਇੱਥੇ ਵਿਜ਼ਿਟ ਕਰੋ। ਪਹਿਲਾਂ ਲੱਗੇ ਵੀਜ਼ੇ ਵੀ ਦੇਖੋ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਉੱਪਰ ਇਹਨਾਂ ਨੇ ਕੰਮ ਕੀਤਾ ਹੈ, ਕਿਸ ਤਰੀਕੇ ਦੀ ਪ੍ਰੋਫਾਈਲਸ ਉੱਪਰ ਸਕਸੈਸਫੁਲੀ ਇਹ ਵੀਜ਼ਾ ਲੈ ਕੇ ਆਏ ਨੇ। ਕਿਉਂਕਿ ਜਿਵੇਂ ਪਹਿਲੇ ਸ਼ੋਜ਼ ਵਿੱਚ ਵੀ ਆਪਾਂ ਗੱਲ ਕੀਤੀ, 1 ਵਾਰ 2 ਵਾਰ 3 ਵਾਰ ਰਿਫਿਊਜ਼ਲ ਦੇ ਵੀ ਤੁਸੀਂ ਵੀਜ਼ਾ ਲੈ ਕੇ ਆਏ ਹੋ। ਸੋ ਇੱਕ ਐਕਸਪਰਟੀਜ਼ ਹੋ ਜਾਂਦੀ ਹੈ, ਇੱਕ ਤਜਰਬਾ ਹੁੰਦਾ ਜੋ ਪ੍ਰੋਫਾਈਲ ਦੇ ਉੱਪਰ ਕੰਮ ਕਰਕੇ ਉਸ ਉੱਪਰ ਵੀਜ਼ਾ ਲੈ ਕੇ ਆਇਆ ਜਾਂਦਾ ਹੈ। ਅਗਰ ਆਪਾਂ ਨਾਲ ਹੁਣ ਗੱਲ ਕੈਨੇਡਾ ਦੀ ਵੀ ਕਰ ਲਈਏ ਤਾਂ ਕੈਨੇਡਾ ਦੀ ਪਰਸੈਂਟੇਜ ਕਿਵੇਂ ਆਪਾਂ ਦੇਖ ਸਕਦੇ ਹਾਂ, ਕਿੰਨੀ ਮੰਨ ਸਕਦੇ ਹਾਂ ਕਿ ਵੀਜ਼ਾ ਸਕਸੈਸ ਰੇਟ ਕਿਵੇਂ ਦਾ ਆ ਰਿਹਾ, ਕਿਉਂਕਿ ਜਿਵੇਂ ਦੀਆਂ ਗੱਲਾਂ ਕਿ ਕੈਨੇਡਾ ਕਲੋਜ਼ ਹੋ ਰਿਹਾ ਜੀ, ਹੁਣ ਉਹ ਐਡਮਿਸ਼ਨਸ ਨਹੀਂ ਦੇਗਾ ਸਟੂਡੈਂਟਸ ਨੂੰ, ਕੀ ਇਸ ਨੂੰ ਆਪਾਂ ਦੇਖੀਏ ਲੌਂਗ ਟਰਮ ਤਾਂ ਕੀ ਲੱਗਦਾ ਹੈ ਕਿ ਇਹ ਡਿਲੇ ਜਿਹੜਾ ਹੈ ਰਿਜ਼ਲਟਸ ਵਾਲਾ ਹਾਲੇ ਲੰਮਾ ਚੱਲੇਗਾ? ਦੇਖੋ ਕੈਨੇਡਾ ਦੀ ਗੱਲ ਕਰਦੇ ਆ ਤਾਂ ਕੈਨੇਡਾ 'ਚ ਐਪਲੀਕੇਸ਼ਨਾਂ ਬਹੁਤ ਨੇ। ਉਹ ਐਪਲੀਕੇਸ਼ਨਾਂ ਜਿਹੜੀਆਂ ਬਹੁਤ ਜ਼ਿਆਦਾ ਨੇ ਉਹ ਪੈਕੇਜ ਵਾਲੀਆਂ ਜੀ। ਜਿਹੜਾ ਏਜੰਟ 10 ਫਾਈਲ ਆਉਂਦਾ ਸੀ ਉਹ ਅੱਜ 10,000 ਫਾਈਲ ਆ ਰਹੇ ਆ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਨਾਮ ਤੇ ਉੱਤੇ, ਕਿਉਂਕਿ ਉਹਨੇ ਫਾਈਲਾਂ ਇਕੱਠੀਆਂ ਕਰ ਲਈਆਂ ਤੇ ਉਹ ਅੰਬੈਸੀ 'ਚ ਦੇਤੀਆਂ। ਅੰਬੈਸੀ ਨੂੰ ਕਹਿਤਾ ਜੀ ਫੀਸ ਸਟੂਡੈਂਟ ਵੀਜ਼ਾ ਲੱਗਣ ਤੋਂ ਬਾਅਦ ਭਰੂਗਾ। ਹਾਂਜੀ, ਕਿਉਂਕਿ ਉਹ ਫਿਰ ਵੀਜ਼ਾ ਨਹੀਂ ਨਾ ਮਿਲਦਾ। ਉਹਨਾਂ ਨੇ ਕਿਹਾ ਹੋਇਆ ਕਿ ਆਪਣੀ ਇੰਨੀ ਫੀਸ ਭਰੋ, ਆਹ ਡਾਕੂਮੈਂਟ ਤੁਸੀਂ ਸੈਟਅਪ ਕਰੋ, ਤੁਹਾਨੂੰ ਵੀਜ਼ਾ ਦੇਈਏ। ਕਿਉਂਕਿ ਤੁਸੀਂ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਅੰਟਾਰੀਓ ਲੋਕੇਸ਼ਨ 'ਚ ਪੂਰਾ ਪੰਜਾਬ ਫਾਈਲ ਲਗਾ ਦੂਗਾ ਤਾਂ ਕੈਨੇਡਾ ਵੀਜ਼ਾ ਕਿੱਥੋਂ ਦੇ ਦੂਗਾ? ਕਿਉਂਕਿ ਉੱਥੇ ਗਏ ਪੁਰਾਣੇ ਸਟੂਡੈਂਟ ਜਾਂ ਉੱਥੇ ਰਹਿ ਰਹੇ ਹੋਰ ਸਟੂਡੈਂਟਸ ਨੂੰ ਵੀ ਪੜ੍ਹਾਈ ਕਰਨੀ ਆ, ਉਹਨਾਂ ਨੇ ਵੀ ਉੱਥੇ ਕਾਰੋਬਾਰ ਕਰਨੇ ਨੇ, ਉਹਨਾਂ ਨੇ ਵੀ ਉੱਥੇ ਰਹਿਣਾ ਜੀ। ਬਿਲਕੁਲ, ਕਿਉਂਕਿ 28 ਲੱਖ ਬੱਚਾ 3 ਸ਼ਹਿਰਾਂ ਦੇ ਵਿੱਚ ਕਿੱਦਾਂ ਕਿਰਾਏ ਤੇ ਰਹਿ ਜਾਊਗਾ? ਕਿੱਦਾਂ ਇੰਨਾ ਬੱਚਾ ਉੱਥੇ ਜਾ ਕੇ ਕੰਮ ਕਰ ਲੂਗਾ? ਗੌਰਮੈਂਟ ਆ, ਉਹਨਾਂ ਨੇ ਕੰਟਰੀ ਤੇ ਆਪਣੇ ਸ਼ਹਿਰਾਂ ਦਾ ਉਹਨਾਂ ਨੂੰ ਸਭ ਪਤਾ ਕਿ ਅਸੀਂ ਕਿੱਥੇ ਕਿੰਨੀ ਥਾਂ ਦੇ ਉੱਤੇ ਕਿੰਨੇ ਬੰਦੇ ਰਹਿ ਸਕਦੇ ਨੇ। ਸੋ ਲੋਕੇਸ਼ਨ ਚੇਂਜ ਕਰੋ, ਕੈਨੇਡਾ ਦਾ 2-3 ਮਹੀਨਿਆਂ 'ਚ ਵੀਜ਼ਾ ਲਓ। ਅੰਟਾਰੀਓ ਲੋਕੇਸ਼ਨ ਨੂੰ ਮੂਵ ਕਰਕੇ ਤੁਸੀਂ ਹੋਰ ਥਾਂ ਤੇ ਫਾਈਲ ਲਗਾਓ, ਕਿਉਂਕਿ ਜੇ ਤੁਸੀਂ ਸਾਰਾ ਪੰਜਾਬ ਵੀ ਪਬਲਿਕ ਕਾਲਜ 'ਚ ਅਪਲਾਈ ਕਰੂਗਾ ਜਿੱਥੇ 90,000 ਸੀਟਾਂ 2 ਲੱਖ ਐਡਮਿਸ਼ਨਾਂ ਹੋ ਗਈਆਂ ਨੇ, ਉੱਥੇ ਵੀਜ਼ਾ ਮਿਲਣਾ ਨਾ ਦੇ ਬਰਾਬਰ ਆ। ਜੀ 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 ਬਿਲਕੁਲ ਬਿਲਕੁਲ ਸਹੀ ਹੈ ਤੁਸੀਂ ਕਈ ਗੱਲ, ਕਿਉਂਕਿ ਇਹ ਕਈ ਤਰ੍ਹਾਂ ਦੇ ਰੂਮਰਸ ਜੋ ਹੈ ਫੈਲ ਜਾਂਦੇ ਨੇ, ਸਟੂਡੈਂਟਸ ਦੇ ਮਨ ਵਿੱਚ ਡਰ ਪੈ ਜਾਂਦਾ ਹੈ ਕਿ ਹੁਣ ਅਸੀਂ ਅਪਲਾਈ ਕਰੀਏ ਜਾਂ ਨਾ ਕਰੀਏ। ਸੋ ਅਜਿਹਾ ਕੁਝ ਵੀ ਨਹੀਂ ਹੈ। ਜੋ ਗਲਤ ਫਹਿਮੀਆਂ ਤੁਹਾਡੇ ਮਨ ਵਿੱਚ ਨੇ ਉਹ ਕਲੀਅਰ ਕਰਨ ਲਈ ਅਸੀਂ ਇਹ ਸ਼ੋਅ ਵਿੱਚ ਸਾਰੀ ਗੱਲਬਾਤ ਜੋ ਹੈ ਰੱਖਦੇ ਹਾਂ। ਪਰ ਤੁਹਾਡਾ ਵੀ ਕੋਈ ਪੁਆਇੰਟ ਹੋਵੇ, ਕੋਈ ਗੱਲ ਹੋਵੇ, ਤੁਸੀਂ ਆਪਣੀ ਪ੍ਰੋਫਾਈਲ ਨਾਲ ਰਿਲੇਟਡ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦਾ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਜੀ ਸਕਰੀਨ ਦੇ ਉੱਪਰ, ਇਸ ਨੂੰ ਤੁਸੀਂ ਨੋਟ ਕਰਕੇ ਜ਼ਰੂਰ ਰੱਖ ਲਓ। ਸ਼ੋਅ ਦੇ ਦੌਰਾਨ ਵੀ ਅਗਰ ਕਾਲ ਕਰਦੇ ਹੋ ਤਾਂ
ਇਹਨਾਂ ਦੀ ਟੀਮ ਜੋ ਹੈ ਤੁਹਾਡੇ ਨਾਲ ਰਾਬਤਾ ਕਾਇਮ ਕਰੇਗੀ। ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰਕੇ ਜੋ ਹੈ ਸਲਾਹ ਜ਼ਰੂਰ ਲੈ ਸਕਦੇ ਹੋ। ਸੋ ਇਹ ਅਸੀਂ ਮੰਨਦੇ ਹਾਂ ਕਿ ਜਦੋਂ ਆਪਾਂ ਆਪਣੇ ਫਿਊਚਰ ਦੇ ਲਈ ਇੰਨਾ ਵੱਡਾ ਫੈਸਲਾ ਲੈਣਾ ਹੋਵੇ ਤਾਂ ਸਟੂਡੈਂਟਸ ਕਈ ਥਾਂ ਤੇ ਜ਼ਰੂਰ ਜਾਂਦੇ ਨੇ, ਕਈ ਕੰਸਲਟੈਂਟਸ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਕਿ ਇੱਕ ਸਹੀ ਡਿਸੀਜਨ ਲੈ ਸਕਣ। ਪਰ ਇਹ ਵੀ ਜ਼ਰੂਰ ਧਿਆਨ ਰੱਖਿਆ ਕਰੋ ਜਿਹੜੇ ਕੰਸਲਟੈਂਟਸ ਕੋਲ ਤੁਸੀਂ ਜਾ ਰਹੇ ਹੋ ਉਹਨਾਂ ਦਾ ਪਿਛੋਕੜ ਜ਼ਰੂਰ ਵੇਖੋ, ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਉੱਪਰ ਉਹਨਾਂ ਨੇ ਕੰਮ ਕੀਤਾ। ਦੂਜਾ, ਆਪਣੀ ਐਲੀਜੀਬਿਲਿਟੀ ਨੂੰ ਜ਼ਰੂਰ ਪਛਾਣਿਆ ਕਰੋ ਕਿ ਤੁਸੀਂ ਉੱਥੇ ਅਪਲਾਈ ਕਰਨ ਦੇ ਹੱਕਦਾਰ ਹੋ ਵੀ ਕਿ ਨਹੀਂ ਹੋ, ਕਿ ਅਸੀਂ ਐਵੇਂ ਹੀ ਅਪਲਾਈ ਕਰੀ ਜਾ ਰਹੇ ਹਾਂ ਔਰ ਰਿਫਿਊਜ਼ਲ ਲਈ ਜਾ ਰਹੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਤੁਸੀਂ ਅਪਲਾਈ ਕਰਿਆ ਕਰੋ ਤਾਂ ਕਿ ਤੁਸੀਂ ਸਕਸੈਸਫੁਲੀ ਜੋ ਹੈ ਵੀਜ਼ਾ ਹਾਸਿਲ ਕਰ ਸਕੋ। ਸੋ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਹਰ ਵਾਰੀ ਵੈਸੇ ਮੈਂ ਪੁਆਇੰਟ ਡਿਸਕਸ ਕਰਦੀ ਹਾਂ ਕਿਉਂਕਿ ਸਾਡੇ ਕੋਲ ਹਰ ਵਾਰੀ ਇਹ ਸਵਾਲ ਆਉਂਦਾ ਹੀ ਆਉਂਦਾ ਹੈ ਕਿ ਪੀਆਰ ਨੂੰ ਲੈ ਕੇ ਸਟੂਡੈਂਟ ਦੇ ਮਨ ਵਿੱਚ ਕਿਉਂ ਡਾਊਟ ਆਸਟ੍ਰੇਲੀਆ ਨੂੰ ਲੈ ਕੇ ਰਹਿੰਦਾ ਹੈ ਕਿ ਕੈਨੇਡਾ ਦੀ ਪੀਆਰ ਨੂੰ ਈਜ਼ੀ ਮੰਨਿਆ ਜਾਂਦਾ ਹੈ, ਆਸਟ੍ਰੇਲੀਆ ਦੀ ਪੀਆਰ ਨੂੰ ਕਿਉਂ ਔਖਾ ਮੰਨਿਆ ਜਾਂਦਾ ਹੈ? ਦੇਖੋ, ਕੈਨੇਡਾ ਦੇ ਵਿੱਚ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ 3.5 ਕਰੋੜ ਪੋਪੂਲੇਸ਼ਨ ਆ। ਖੇਤਰਫਲ ਦੇ ਅਕੋਰਡਿੰਗ ਗੱਲ ਕਰਦੇ ਆ ਤਾਂ ਵਰਲਡ ਦੇ ਵਿੱਚ ਸਭ ਤੋਂ ਵੱਡਾ ਰਸ਼ੀਆ, ਉਸ ਤੋਂ ਬਾਅਦ ਖੇਤਰਫਲ ਤੋਂ ਬਾਅਦ ਆਉਂਦਾ ਹੈ ਕੈਨੇਡਾ ਜੀ। ਕੈਨੇਡਾ ਦੇ ਵਿੱਚ ਦੇਖੋ ਏਡਾ ਵੱਡਾ ਮੁਲਕ ਆ, ਪੋਪੂਲੇਸ਼ਨ 3.5 ਕਰੋੜ ਆ, ਤਾਂ ਉੱਥੇ ਪੀਆਰ ਮਿਲਣੀ ਇੱਕ ਆਮ ਜੀ ਗੱਲ ਆ। ਜੇ ਗੱਲ ਕਰਦੇ ਆ ਆਸਟ੍ਰੇਲੀਆ ਦੀ, ਆਸਟ੍ਰੇਲੀਆ ਦੇ ਦੇਖੋ ਰੂਲ ਐਂਡ ਰੈਗੂਲੇਸ਼ਨ ਹਰ ਇੱਕ ਨਾਲੋਂ ਵੱਖਰੇ ਨੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਲੈਣੀ ਆ ਘੱਟੋ ਘੱਟ 5-6 ਸਾਲ ਉੱਥੇ ਰਹਿਣਾ ਪੈਂਦਾ ਹੁੰਦਾ। ਸਟੱਡੀ ਜੋ ਤੁਸੀਂ ਸਟੱਡੀ ਪੜ੍ਹੀ ਆ ਉਹਦੇ ਰਿਲੇਟਿਡ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ, ਲੈਂਗੁਏਜ ਸਕੋਰ ਇੰਨੇ ਹੋਣੇ ਚਾਹੀਦੇ ਨੇ, ਇਸ ਲੋਕੇਸ਼ਨ 'ਚ ਫਾਈਲ ਲਗਾ ਰਹੇ ਹੋ ਉਸ ਲੋਕੇਸ਼ਨ ਦੇ ਪੀਆਰ ਦੇ ਪੁਆਇੰਟ ਹੁੰਦੇ ਨੇ। ਕੁਝ ਸਟੂਡੈਂਟਸ ਥੋੜਾ ਜਿਹਾ ਮਿਸ ਹੋ ਜਾਂਦੇ ਆ, ਉਹਨਾਂ ਨੇ ਪੜ੍ਹਿਆ ਹੋਟਲ ਲਾਈਨ ਦਾ ਕੋਰਸ ਆ ਤੇ ਕੰਮ ਕੋਈ ਹੋਰ ਕਰ ਰਹੇ ਨੇ ਤੇ ਪੀਆਰ ਦੇ ਪੁਆਇੰਟਸ ਘਟ ਗਏ ਨੇ ਕਿਉਂਕਿ ਵਰਕ ਐਕਸਪੀਰੀਅੰਸ ਸੇਮ ਨਹੀਂ ਹੈਗਾ। ਸੋ ਕਈ ਸਟੂਡੈਂਟਸ ਦੇ ਜਿਹੜੇ ਪੁਆਇੰਟਸ ਬਣਦੇ ਨੇ ਡਿਗਰੀ ਦੇ ਵਿੱਚ, ਸੋ ਕੁਝ ਸਟੂਡੈਂਟ ਡਿਪਲੋਮਾ ਕਰ ਲੈਂਦੇ ਆ, ਕੁਝ ਸਟੂਡੈਂਟ ਦੇ ਡਿਪਲੋਮਾ ਐਂਡ ਡਿਗਰੀ ਦੇ ਪੁਆਇੰਟ ਸੇਮ ਹੁੰਦੇ ਨੇ ਬਟ ਉਹ ਕੋਈ ਹੋਰ ਸਟੱਡੀ ਪੜ੍ਹ ਚੁੱਕੇ ਨੇ। ਸੋ ਇਦਾਂ ਦੀਆਂ ਚੀਜ਼ਾਂ ਸਟੂਡੈਂਟ ਨੂੰ ਮਿਸਗਾਈਡ ਕਰਦੀਆਂ ਨੇ ਪੀਆਰ ਤੱਕ। ਦੇਖੋ ਇਹ ਨਹੀਂ ਕਿ ਆਸਟ੍ਰੇਲੀਆ 'ਚ ਪੀਆਰ ਨਹੀਂ ਮਿਲਦੀ, ਪੀਆਰ ਪੰਜਾਬੀ ਦੇਖੋ ਕਿੰਨੇ ਨੇ ਆਸਟ੍ਰੇਲੀਆ ਦੇ ਵਿੱਚ। ਹਰ ਇੱਕ ਸਟੂਡੈਂਟ ਦਾ ਕੋਈ ਨਾ ਕੋਈ ਰਿਸ਼ਤੇਦਾਰ ਆਸਟ੍ਰੇਲੀਆ 'ਚ ਪੀਆਰ ਹੋਊਗਾ। ਉਹ ਪੀਆਰ ਕਿਵੇਂ ਹੋਇਆ? ਉੱਥੇ ਗਿਆ, ਪੜ੍ਹਿਆ, ਕੰਮ ਕੀਤਾ, ਰਿਹਾ ਤਾਂ ਪੀਆਰ ਮਿਲੀ ਹੈ ਨਾ। ਸੋ ਪੀਆਰ ਹਰ ਇੱਕ ਕੰਟਰੀ ਦੇ ਵਿੱਚ ਮਿਲਦੀ ਹੈ ਬਟ ਉਹਦੇ ਲਈ ਇੱਕ ਪੁਆਇੰਟ ਸਿਸਟਮ ਹੁੰਦਾ ਕਿ ਕਿੱਦਾਂ ਤੁਸੀਂ ਵੀਜ਼ਾ ਲੈਣਾ, ਕਿੱਦਾਂ ਤੁਸੀਂ ਪੀਆਰ ਲੈਣੀ। ਇਹ ਸਲਾਹ ਤੁਹਾਨੂੰ ਤੁਹਾਡਾ ਏਜੰਟ ਦਿੰਦਾ ਹੁੰਦਾ, ਤੁਹਾਡਾ ਸਲਾਹਕਾਰ ਦਿੰਦਾ ਹੁੰਦਾ। ਜਦੋਂ ਤੁਹਾਡੇ ਸਲਾਹਕਾਰ ਦੇ ਕੋਲ ਇੱਕ ਐਕਸਪੀਰੀਅੰਸ ਜਾਂ ਤਜਰਬਾ ਨਹੀਂ ਹੈਗਾ ਨਾ ਵੀਜ਼ਾ ਲਗਵਾਉਣ ਦਾ, ਨਾ ਉਹ ਤੁਹਾਡਾ ਵੀਜ਼ਾ ਲਗਵਾ ਸਕਦਾ, ਨਾ ਤੁਹਾਨੂੰ ਉਹ ਪੀਆਰ ਦੀ ਸਲਾਹ ਦੇ ਸਕਦਾ। ਓਵਰਆਲ ਕੰਪਨੀ ਦੇ ਕੋਲ ਹੈੱਡਕੁਆਟਰ ਕੋਲ ਕਾਫੀ ਵੀਜ਼ੇ ਲੈ ਕੇ ਦਿੱਤੇ ਨੇ ਜਿਹੜੇ ਸਟੂਡੈਂਟ ਅਸੀਂ ਕੈਨੇਡਾ ਆਸਟ੍ਰੇਲੀਆ ਭੇਜੇ ਨੇ, ਖੁਦ ਆਪ ਪੀਆਰ ਦੀ ਫਾਈਲਾਂ ਲਗਾ ਕੇ ਉਹਨਾਂ ਨੂੰ ਪਰਮਾ ਰੈਜ਼ੀਡੈਂਸੀ ਵੀ ਉੱਥੇ ਦਿਲਾਈ ਅਸੀਂ। ਜੀ ਬਿਲਕੁਲ। ਸੋ ਇਸੇ ਲਈ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਸਟੂਡੈਂਟ ਆਪਣੇ ਆਪ ਹੀ ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਡਾਊਟ ਕਈ ਵਾਰ ਕ੍ਰੀਏਟ ਕਰ ਲੈਂਦੇ ਨੇ, ਆਪਣੇ ਆਪ ਹੀ ਕਿਸੇ ਕੰਟਰੀ ਨੂੰ ਲੈ ਕੇ ਇੱਕ ਵਿਚਾਰਧਾਰਾ ਆਪਣੀ ਬਣਾ ਲੈਂਦੇ ਨੇ ਕਿ ਨਹੀਂ ਜੀ ਉੱਥੇ ਦੀ ਪੀਆਰ ਸਾਨੂੰ ਨਹੀਂ ਈਜ਼ੀਲੀ ਮਿਲਦੀ। ਕਈ ਸਟੂਡੈਂਟਸ ਦੇ ਵਿੱਚ ਜਦੋਂ ਮੈਂ ਗੱਲਬਾਤ ਕਰਦੀ ਹਾਂ ਤਾਂ ਸਟੂਡੈਂਟਸ ਦਾ ਇੱਕ ਸਿੱਧਾ ਹੀ ਮਾਈਂਡਸੈਟ ਹੁੰਦਾ ਜੀ ਅਸੀਂ ਕੈਨੇਡਾ ਹੀ ਅਪਲਾਈ ਕਰਨਾ ਹੈ ਕਿਉਂਕਿ ਉੱਥੇ ਪੀਆਰ ਮਿਲ ਜਾਂਦੀ ਹੈ, ਆਸਟ੍ਰੇਲੀਆ ਦੀ ਪੀਆਰ ਨਹੀਂ ਮਿਲਦੀ। ਸੋ ਇਹ ਚੀਜ਼ਾਂ ਆਪਣੇ ਦਿਮਾਗ ਵਿੱਚੋਂ ਕੱਢਣ ਦਾ ਟਾਈਮ ਆ ਗਿਆ ਕਿ ਫੈਕਟਸ ਨੂੰ ਜਾਣਿਆ ਕਰੋ ਕਿ ਆਖਿਰ ਕਿਹੜੀ ਚੀਜ਼ਾਂ ਤੇ ਆਧਾਰਿਤ ਪੀਆਰ ਹੁੰਦੀ ਹੈ। ਜੇਕਰ ਸਟੂਡੈਂਟ ਉਹਨਾਂ ਚੀਜ਼ਾਂ ਨੂੰ ਫੁੱਲਫਿਲ ਕਰਦਾ ਹੈ, ਗਾਈਡਲਾਈਨਸ ਨੂੰ ਫੁੱਲਫਿਲ ਕਰਦਾ ਹੈ, ਉਸ ਅਕੋਰਡਿੰਗਲੀ ਚੱਲਦਾ ਹੈ ਤਾਂ ਆਸਟ੍ਰੇਲੀਆ ਵੀ ਜੋ ਹੈ ਖੁਸ਼ੀ ਸਟੂਡੈਂਟਸ ਨੂੰ ਪੀਆਰ ਜ਼ਰੂਰ ਦਿੰਦਾ। ਸੋ ਜ਼ਰੂਰੀ ਹੁੰਦਾ ਤੁਸੀਂ ਢੁਕਵੀਆਂ ਚੀਜ਼ਾਂ ਕਰ ਪਾ ਰਹੇ ਹੋ ਕਿ ਨਹੀਂ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਕੋਰਸ ਕੋਈ ਲਿਆ, ਜੌਬ ਆਪਾਂ ਕੋਈ ਕਰ ਰਹੇ ਹਾਂ, ਪਰ ਕਈ ਥਾਂ ਤੇ ਸਟੂਡੈਂਟਸ ਦੇ ਕੋਰਸ ਕੁਝ ਇਸ ਤਰੀਕੇ ਦੇ ਹੁੰਦੇ ਨੇ ਕਿ ਉਹਨਾਂ ਨੂੰ ਰੈਲੀਵੈਂਟ ਜੌਬ ਨਹੀਂ ਮਿਲ ਪਾ ਰਹੀ ਹੁੰਦੀ, ਫਿਰ ਉਸ ਥਾਂ ਤੇ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ? ਦੇਖੋ, ਜਦੋਂ ਸਟੂਡੈਂਟਸ ਨੇ ਆਪਣਾ ਵੀਜ਼ਾ ਅਪਲਾਈ ਕੀਤਾ ਉਹਦੇ ਏਜੰਟ ਦਾ ਫਰਜ਼ ਬਣਦਾ ਕਿ ਉਹਨੂੰ ਦੱਸੇ ਕਿ ਤੂੰ ਇਹ ਕੋਰਸ ਲੈ, ਇਹ ਕੋਰਸ ਦਾ ਅੱਗੇ ਉਸ ਕੰਟਰੀ ਦੇ ਵਿੱਚ ਸਕੋਪ ਆ, ਤੈਨੂੰ ਕੰਮ ਮਿਲੂਗਾ, ਤੈਨੂੰ ਵਰਕ ਮਿਲੂਗਾ, ਤੈਨੂੰ ਪਰਮਿਟ ਮਿਲੂਗਾ। ਸੋ ਜਦੋਂ ਤੁਹਾਡਾ ਸਲਾਹਕਾਰੀ ਤੁਹਾਨੂੰ ਗਲਤ ਕੋਰਸ ਦੇ ਵਿੱਚ ਭੇਜ ਰਿਹਾ, ਪਹਿਲੀ ਗੱਲ ਤਾਂ ਉਹਨਾਂ ਦਾ ਵੀਜ਼ਾ ਹੀ ਨਹੀਂ ਆਉਣਾ। ਜੇ ਕਿਸੇ ਦਾ ਕਿਸਮਤ ਅੱਛੀ ਹੋਣ ਕਰਕੇ ਵੀਜ਼ਾ ਆ ਵੀ ਗਿਆ ਤਾਂ ਅੱਗੇ ਉਹਨੂੰ ਵਰਕ ਨਹੀਂ ਮਿਲਣਾ ਜੀ ਉਸ ਸਟਰੀਮ ਦੇ ਵਿੱਚ। ਸੋ ਉੱਥੇ ਉਹਦੀ ਪੀਆਰ ਨਾ ਮਿਲਣ ਦੇ ਬਰਾਬਰ ਹੋ ਜਾਂਦਾ। ਬਟ ਇਹ ਆ ਕਿ ਜੇ ਤੁਹਾਨੂੰ ਸਟੱਡੀ ਜਾਂ ਵਰਕ ਦੇ ਪੁਆਇੰਟ ਨਹੀਂ ਵੀ ਪੂਰੇ ਆ, ਤੁਸੀਂ ਉਸ ਕੰਟਰੀ ਦੇ ਵਿੱਚ ਇਨਵੈਸਟਮੈਂਟ ਕਰਕੇ ਆਪਣੀ ਪੀਆਰ ਲੈ ਸਕਦੇ ਹੋ। ਸੋ ਇਦਾਂ ਦੀਆਂ ਕਾਫੀ ਚੀਜ਼ਾਂ ਨੇ, ਤੁਸੀਂ ਆਓਗੇ ਤੁਹਾਨੂੰ ਆਫਿਸ ਪੀਆਰ ਤੋਂ ਲੈ ਕੇ ਅਸੀਂ ਵੀਜ਼ੇ ਤੱਕ ਦੀ ਸਾਰੀ ਸਲਾਹ ਦੇਵਾਂਗੇ। ਜੀ ਬਿਲਕੁਲ। ਸੋ ਤੁਹਾਡਾ ਬਹੁਤ ਧੰਨਵਾਦ, ਇਹ ਸਾਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।